ਤੁਸੀਂ ਨਬੀ ਮੰਨਦੇ ਹੋ? ਮੰਨਦਾ ਵਾਂ। ਤੇ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਸੀ? ਹੈ ਸੀ, ਹੈ ਵੀ ਸੀ, ਨਹੀਂ ਵੀ ਸੀ। ਪੁੱਛੋ ਕਿਸ ਤਰ੍ਹਾਂ? ਇਹ ਕੀ ਆਖਿਆ ਜੀ? ਉਹਨਾਂ ਦਾ ਦਾਵਾ ਸੀ ਕਿ ਮੈਂ ਉਮਤੀ ਨਬੀ ਹਾਂ। ਠੀਕ ਹੈ ਜਨਾਬ। ਔਰ ਨਹੀਂ, ਉਹ ਉਹਨਾਂ ਦਾ ਠੀਕ ਹੈ, ਉਮਤੀ ਨਬੀ ਕਹਿਣ ਨਾਲ ਮੈਂ ਉਮਤੀ ਉਹ ਨਬੀ ਨਬੀ ਕਹਿਣ ਨਾਲ, ਜਿਹੜੀ ਨਵੀਂ ਸ਼ਰੀਅਤ ਲੈ ਕੇ ਆਇਆ ਵਾਂ। हाँ ठीक है ठीक है, उमती नबी, जिली नबी, बरूजी नबी, गैर हकीकी गैर मुस्तकिल कहन तो बाद ਹੁਣ ਨਤੀਜਾ ਕੀ ਕੱਢਣਾ ਹੈ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਹੈ ਸੀ ਜਾਂ ਨਹੀਂ ਸੀ? ਤੁਸੀਂ ਕੀ ਸਮਝਦੇ ਹੋ? ਤੇ ਮੇਰੇ ਕੋ ਤੁਸੀਂ ਪੁੱਛ ਕੇ ਫੈਸਲਾ ਕਰਨਾ ਮੁਹਤਰਮ। ਨਹੀਂ, ਵੈਸੇ ਤੁਹਾਡਾ ਕੀ ਖਿਆਲ ਹੈ? ਨਹੀਂ, ਸਾਡਾ ਤਾਂ ਕੋਈ ਖਿਆਲ ਨਹੀਂ ਇਸ ਬਾਰੇ 'ਚ। ਜੋ ਤੁਹਾਡਾ ਖਿਆਲ ਹੈ ਫੈਸਲਾ ਤੁਸੀਂ ਆਪਣੇ ਕਿਹਦੇ ਦਾ ਕਰਨਾ ਹੈ, ਸਾਡੇ ਕੋ ਪੁੱਛੋਗੇ ਤੇ ਅਸੀਂ ਤੇ ਮਿਰਜ਼ਾ ਸਾਹਿਬ ਦਾ ਪਤਾ ਨਹੀਂ ਕਿੰਜ ਦਾ ਖਿਆਲ ਪੇਸ਼ ਕਰਾਂਗੇ, ਤੁਸੀਂ ਸੁਣ ਵੀ ਨਹੀਂ ਸਕਣ ਲੱਗੇ। ਅੱਛਾ, ਮੇਰਾ ਤਾਂ ਉਹੀ ਖਿਆਲ ਹੈ ਜਿਹੜਾ ਸਾਡੀ ਜਮਾਤ ਦੇ ਖਲੀਫੇ ਦਾ ਖਿਆਲ ਹੈ। ਖਲੀਫਾ ਸਾਹਿਬ ਦਾ ਕੀ ਖਿਆਲ? ਖਲੀਫਾ ਸਾਹਿਬ ਦਾ ਕੀ ਖਿਆਲ ਹੈ? ਹਾਂ, ਇਹ ਦੱਸੋ ਗੱਲ। ਖਲੀਫਾ ਸਾਹਿਬ ਜੋ ਕਹਿ ਰਹੇ ਹਨ ਉਹ ਅਸੀਂ ਮੰਨ ਰਹੇ ਹਾਂ। ਉਹ ਕੀ ਕਹਿੰਦੇ ਨੇ? ਜੋ ਕੁਝ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਮੰਨ ਰਹੇ ਹਾਂ। ਉਹ ਹਮੇਸ਼ਾ ਹਰ ਖੁਤਬੇ 'ਚ ਕਹਿੰਦੇ ਨੇ। ਨਹੀਂ, ਉਹ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਨੇ, ਨਬੂਵਤ ਦਾ ਦਾਵਾ ਮੰਨਦੇ ਨੇ? ਬਿਲਕੁਲ ਮੰਨਦੇ ਨੇ। ਇਹ ਜਿਹੜੇ ਮੁਹੰਮਦ ਸੈਨ ਸਾਹਿਬ ਤੇ ਟੋਨੀ ਸਾਹਿਬ ਤੇ ਹੁਣੇ ਉਹ ਖਾਦਮ ਸੈਨ ਸਾਹਿਬ ਆ ਜਾਣਗੇ ਤੇ ਵਾਟਰ ਸਾਹਿਬ ਆ ਜਾਣਗੇ, ਸ਼ਹਿਰੀਆਰ ਸਾਹਿਬ, ਇਹ ਕਹਿੰਦੇ ਨੇ ਕਿ ਜਿਹੜਾ ਬੰਦਾ ਮਿਰਜ਼ਾ ਸਾਹਿਬ ਦੇ ਮੱਥੇ ਨਬੂਵਤ ਦਾ ਦਾਵਾ ਲਾਏ ਉਹਦਾ ਮਿਰਜ਼ਾ ਸਾਹਿਬ ਦਾ ਜਾਹਿਲ ਮੁਖਾਲਫ ਹੈ। ਉਹ ਬਾਈ ਉਹਨਾਂ ਨੇ ਕਬਰ 'ਚ ਆਪਣਾ ਹਿਸਾਬ ਦੇਣਾ, ਅਸੀਂ ਆਪਣਾ ਦੇਣਾ, ਤੁਸੀਂ ਉਹਨਾਂ ਦੇ ਸਾਡੇ ਦੀ ਮੈਂ ਕਿਉਂ ਲਾਉਂਦੇ ਪਏ ਹੋ? ਨਹੀਂ, ਉਹਨਾਂ ਦਾ ਕਬਰ 'ਚ ਹਿਸਾਬ ਦੇ ਲੈਣਗੇ ਵੀ ਖਲੀਫਾ ਦੀ ਗੱਲ ਮੰਨੀ ਸੀ ਕਿ ਨਹੀਂ ਮੰਨੀ ਸੀ। ਤੁਸੀਂ ਮਤਲਬ ਤੁਸੀਂ ਉਹਨਾਂ ਦੇ ਠੇਕਾ ਲਿਆ ਹੋਇਆ ਚ ਜਿਹੜਾ ਉਹਨਾਂ ਦੇ ਸਾਡੇ ਅੱਗੇ ਹੁਜਤ ਪੇਸ਼ ਕਰਦੇ ਹੋ। ਕਿਉਂ ਨਹੀਂ ਤੁਸੀਂ ਫਿਰ ਖਲੀਫਾ ਦੀ ਗੱਲ ਮੰਨਦੇ? ਮੁਹੰਮਦ ਸੈਨ ਸਾਹਿਬ, ਅਸੀਂ ਤਾਂ ਅਯਦੁੱਲਾ ਤਾਲਾ ਤੇ ਨਸਰੁਲ ਅਜ਼ੀਜ਼ ਕਰਕੇ ਆਪ ਜਵਾਬ ਦੇਣਗੇ। ਜੇ ਮੇਰੇ ਕੋਲ ਸਵਾਲ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਖਲੀਫਾ ਦੀ ਗੱਲ ਮੰਨ ਰਿਹਾ। ਖਲੀਫਾ ਦਾ ਵੀ ਇਹੀ ਮੌਕਫ ਹੋਣਾ ਚਾਹੀਦਾ ਹੈ, ਕਿਉਂਕਿ ਅਗਰ ਇਹ ਦੇਖੋ ਕਿ ਮੈਂ ਇੱਕ ਮਿਸਾਲ ਦੇਣਾ ਵਾ, ਅੱਗੇ ਵੀ ਮੈਂ ਇੱਕ ਦਿਨ ਦਿੱਤੀ ਸੀ ਵਲੀਦ ਨੂੰ। ਅਗਰ ਕੋਈ ਬੰਦਾ ਇਹ ਇਲਜ਼ਾਮ ਲਾਉਂਦਾ ਹੈ ਕਿ ਖਲੀਫਾ ਵਕਤ ਦੀ ਗੱਲ ਨਹੀਂ, ਚਲੋ ਫਰਜ਼ੇ ਮਾਲ ਮੰਨ ਵੀ ਲਿਆ ਜਾਏ ਕਿ ਖਲੀਫਾ ਦੀ ਗੱਲ, ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਇਹ ਸਮਝ ਲਓ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਖਲੀਫਾ ਵਕਤ ਹੋਰ ਗੱਲ ਕਰ ਰਹੇ ਨੇ ਔਰ ਮਿਰਜ਼ਾ ਸਾਹਿਬ ਹੋਰ ਗੱਲ ਕਰ ਰਹੇ ਨੇ, ਤੇ ਮੇਰੇ ਵਾਸਤੇ ਮੋਤਬਰ ਗੱਲ ਜਿਹੜੀ ਹੋਏਗੀ ਉਹ ਮਿਰਜ਼ਾ ਸਾਹਿਬ ਦੀ ਹੋਏਗੀ। ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਇੱਕ ਗੱਲ ਹੋਏ ਤੇ ਕੋਈ ਬੰਦਾ ਕਹੇ ਕਿ ਇਹਦੇ ਮੁਖਾਲਫ ਗੱਲ ਤੁਮਰੇ ਫਰੂਕ ਦੀ ਹੈ, ਤੇ ਰਸੂਲ ਕਰੀਮ ਦੀ ਗੱਲ ਜਿਹੜੀ ਹੈ ਉਹ ਮੋਤਬਰ ਹੋ ਜਾਏਗੀ ਅਗਰ ਉਹ ਗੱਲ ਤੁਹਾਨੂੰ ਮਿਲ ਜਾਂਦੀ ਹੈ। ਤੇ ਅਗਰ ਉਹ ਗੱਲ ਤੁਹਾਨੂੰ ਮਿਲ ਜਾਂਦੀ ਹੈ ਔਰ ਤੁਸੀਂ ਸਮਝ ਲੈਂਦੇ ਹੋ, ਪੜ੍ਹ ਲੈਂਦੇ ਹੋ, ਮੇਰਾ ਨਹੀਂ ਖਿਆਲ ਕਿ ਮੈਂ ਕਿਤੇ ਵੀ ਖਲੀਫਾ ਵਕਤ ਦੇ ਨਾਲ ਇਖਤਲਾਫ ਰੱਖਣਾ ਵਾ। ਮੈਂ ਜਿਹੜੀ ਕਿਤਾਬਾਂ ਪੜ੍ਹੀਆਂ ਨੇ ਇੱਕ ਦਫਾ ਨਹੀਂ, ਮੈਂ ਇਹ ਤੁਹਾਨੂੰ ਯਕੀਨ ਦਿਵਾਨਾ ਵਾ ਕਿ ਨਬੂਵਤ ਵਾਲਾ ਮਾਮਲਾ ਪਿਛਲੇ ਕੁਝ ਸਾਲਾਂ ਤੋਂ ਬਾਰ-ਬਾਰ, ਬਲਕਿ ਪਿਛਲੇ 2 ਸਾਲ ਤੋਂ, ਤੇ ਇਹ ਹਵਾਲੇ ਕੋਈ ਐਸਾ ਹਵਾਲਾ ਨਹੀਂ ਹੈ ਜਿਹੜਾ ਨਜ਼ਰ ਤੋਂ ਨਾ ਗੁਜ਼ਰਿਆ ਹੋਏ। ਔਰ ਉਹਦੀ ਇੱਕ ਲਿਸਟ ਜਿਹੜੀ ਹੈ ਉਹ ਤਿਆਰ ਕਰਕੇ ਬਲਕਿ ਮੇਰੇ ਕੋਲ ਮੌਜੂਦ ਹੈ, ਜਿਹਦੇ ਵਿੱਚ 37 ਹਵਾਲੇ ਨੇ ਜਿਹਨੂੰ ਜਿਹੜੇ ਦੋਸਤ ਪੇਸ਼ ਕਰਦੇ ਨੇ ਕਿ ਜਿਸ ਤੇ ਨਬੂਵਤ ਦਾ ਦਾਵਾ ਨਿਕਲਦਾ ਹੈ, ਔਰ ਕੋਈ 40 ਹਵਾਲੇ ਮੇਰੇ ਕੋਲ ਉਹ ਵੀ ਲਿਸਟ ਦੀ ਸ਼ਕਲ 'ਚ ਮੌਜੂਦ ਨੇ ਜਿਹਦੇ ਉੱਤੇ ਲਾਹੌਰ ਜਮਾਤ ਔਰ ਦੂਸਰੇ ਲੋਕ ਪੇਸ਼ ਕਰਦੇ ਨੇ ਕਿ ਨਬੂਵਤ ਦਾ ਦਾਵਾ ਨਹੀਂ। ਇਹ ਸਾਰੇ ਹਵਾਲਾ ਜਾਤ ਪੜ੍ਹਨ ਤੋਂ ਬਾਅਦ ਔਰ ਉਹ ਕਿਤਾਬ ਵੀ ਪੜ੍ਹਨ ਤੋਂ ਬਾਅਦ ਕਿ मिर्जा गुलाम अहमद कादियानी अपनी तेरी रात की रूह से ਉਹ ਵੀ ਪੜ੍ਹਨ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਣਾ ਵਾ ਪੂਰੀ ਇਮਾਨਦਾਰੀ ਦੇ ਨਾਲ, ਮਿਰਜ਼ਾ ਸਾਹਿਬ ਦੇ ਉੱਤੇ ਨਬੂਵਤ ਦਾ ਇਲਜ਼ਾਮ ਲਾਉਣਾ ਔਰ ਇਹ ਕਹਿਣਾ ਕਿ ਉਹਨਾਂ ਨੇ ਨਬੂਵਤ ਦਾ ਦਾਵਾ ਕੀਤਾ ਹੈ, ਇਹ ਮਿਰਜ਼ਾ ਸਾਹਿਬ ਨਾਲ ਜ਼ੁਲਮ ਹੈ। ਕਿਉਂਕਿ ਮਿਰਜ਼ਾ ਸਾਹਿਬ, ਇਹ ਅਲਫਾਜ਼ ਮੇਰੇ ਨਹੀਂ ਹੈ, ਮਿਰਜ਼ਾ ਸਾਹਿਬ ਦੇ ਅਲਫਾਜ਼ ਨੇ ਕਿ ਜਾਹਿਲ ਮੁਖਾਲਫ ਮੇਰੇ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਮੈਂ ਨਬੂਵਤ ਦਾ ਦਾਵਾ ਕੀਤਾ ਹੈ। ਔਰ ਮੇਰੇ ਕੋਲ ਉਹ ਵੀ ਅਲਫਾਜ਼ ਮੌਜੂਦ ਨੇ ਜਿਹੜੇ ਮੈਂ ਤੁਹਾਨੂੰ ਦੁਬਾਰਾ ਵੀ ਪੜ੍ਹ ਕੇ ਮੈਂ ਉਹ ਮੇਰੇ ਕੋਲ ਬਾਰ-ਬਾਰ ਮੈਂ ਕਈ ਦਫਾ ਉਹ ਅਲਫਾਜ਼ ਪੜ੍ਹਨਾ ਵਾ, ਹਮੇਸ਼ਾ ਪੜ੍ਹਨਾ। ਉਹਦੇ ਵਿੱਚ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ, ਬੜੀ ਵਜ਼ਾਹਤ ਸਰਾਹਤ ਦੇ ਨਾਲ ਮਿਰਜ਼ਾ ਸਾਹਿਬ ਨੇ ਇਸ ਚੀਜ਼ ਨੂੰ ਡਿਨਾਈ ਕੀਤਾ ਹੈ ਔਰ ਉਹ ਸਾਰੇ ਅਲਫਾਜ਼ ਉਹਨਾਂ ਨੇ ਵਿੱਚ ਕਵਰ ਕਰ ਲਏ ਨੇ। ਮੈਨੂੰ ਸਿਰਫ ਅਗਰ 1 ਮਿੰਟ ਦਿਓ ਤੇ ਉਹ ਮੇਰੇ ਕੋਲ ਉਹ ਮੌਜੂਦ ਹੈ। ਜੀ ਜੀ ਠੀਕ ਹੈ। ਤੁਹਾਨੂੰ ਹੁਣੇ ਸਿਰਫ 1 ਮਿੰਟ ਦੇ ਵਿੱਚ ਉਹ ਮੈਂ ਖੋਲ ਲੈਣਾ ਵਾ, ਮੇਰੇ ਖਿਆਲ ਚ ਇਹ ਵਾ। ਉਹ ਕਹਿੰਦੇ ਨੇ ਕਿ ਮੁਕੱਫਰੀਨ, ਅਲਫਾਜ਼ ਸੁਣਿਓ ਜਿਹੜੇ ਦੋਸਤ ਨੇ, ਔਰ ਮੈਂ ਇਹ ਵੀ ਅਲਫਾਜ਼ ਬੋਨ ਕਰਨਾ ਵਾ। ਉਹ ਕਹਿੰਦੇ ਨੇ ਕਿ ਮੁਕੱਫਰੀਨ ਕੇ ਇਤਰਾਜ਼ਾਤ में से एक ये है, ਕਿੰਨਾ ਦੇ ਜਿਹੜੇ ਕਾਫਰ ਨੇ ਉਹਨਾਂ ਦੇ ਇਤਰਾਜ਼ਾਂ ਦੇ ਵਿੱਚੋਂ ਇੱਕ ਇਤਰਾਜ਼ ਇਹ ਹੈ, वो कहते हैं कि इस शख्स ने नबूवत का दावा किया है। ਲਓ ਮੈਂ ਹੁਣ ਕੀ ਕਰਾਂ, ਮੈਂ ਇੱਥੇ ਹੁਣ ਕਿਸ ਤਰ੍ਹਾਂ ਚੱਲਾਂ ਜਦੋਂ ਮੈਂ ਕਹਿੰਦਾ ਵਾ ਕਿ ਉਹਨਾਂ ਨੇ ਨਬੂਵਤ ਦਾਵਾ ਨੇ, ਮੇਰੇ ਸਭ ਖੁਦ ਲਿਖੇ ਕਿ ਕਾਫਰ ਨੇ ਜਿਹੜੇ ਮੈਨੂੰ ਕਹਿੰਦੇ ਕਿ ਮੈਂ ਨਬੂਵਤ ਦਾਵਾ ਕੀਤਾ ਹੈ।
अच्छा, इतने गल नॉर्मली तो गल खत्म होती है इतने। और कहता है कि मैं नबियों में से हूं। इसका जवाब ये है कि ए मेरे भाई, तू जान ले कि मैंने ना तो नबूवत का दावा किया है और ना ही मैंने इन्हें कहा है कि मैं नबी हूं। इस नबूवत का मैं इनकार करन दिया। और जो मैं कहना वा कि वो नबी नहीं है, ये उन्होंने अपने अल्फाज ने, ये होर कोई अल्फाज नहीं है। वो कहते ने इसका जवाब ये है कि ए मेरे भाई, तू जान ले कि मैंने ना तो नबूवत का दावा किया है। ਇਹ ਅਲਫਾਜ਼ ਮੇਰੇ ਸਾਹਮਣੇ ਨੇ। ਹੁਣ ਮੈਂ ਕਿਸ ਤਰ੍ਹਾਂ ਕਿਸੇ ਹੋਰ ਦੀ ਗੱਲ ਮੰਨ ਲਾਂ? ਉਹ ਕਹਿੰਦੇ ਨੇ ਮੈਂ ਨਬੂਵਤ ਦਾ ਕੋਈ ਦਾਵਾ ਨਹੀਂ ਕੀਤਾ। ਇਹੀ ਅਲਫਾਜ਼ ਮੈਂ ਕਹਿ ਰਿਹਾ ਕਿ ਮੇਰੇ ਸਾਹਮਣੇ ਨਬੂਵਤ ਦਾ ਕੋਈ ਦਾਵਾ ਨਹੀਂ ਕੀਤਾ। ਹੁਣ ਜਦੋਂ ਤੁਸੀਂ ਇਹ ਮਿਰਜ਼ਾ ਸਾਹਿਬ ਦੀ ਤਰੀਰ ਪੜ੍ਹਦੇ ਹੋ, ਇਹਦੇ ਵਿੱਚ ਤਵੀਲ ਕਰਦੇ ਹੋ ਕਿ ਉਹ ਕੀ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਨੇ ਜਿਹੜੀ ਨਬੂਵਤ ਦਾ ਇਨਕਾਰ ਕੀਤਾ ਇਹ ਹੋਰ ਨਬੂਵਤ ਹੈ। ਤੇ ਇਹ ਕਿੰਨੀ ਕੁ ਮੁਸ਼ਕਿਲ ਸਾਇੰਸ ਹੈ ਇਹ ਅਬਦੁਲ ਬਾਸਿਤ ਸਾਹਿਬ ਇਹ ਸਮਝਣ ਵਾਸਤੇ ਜਾਂ ਕੋਈ ਵੀ ਦੂਸਰੇ ਦੋਸਤ, ਜਦੋਂ ਮੈਂ ਕਹਿ ਰਿਹਾ ਕਿ ਉਹਨਾਂ ਨੇ ਨਬੂਵਤ ਦਾ ਕੋਈ ਦਾਵਾ ਨਹੀਂ ਕੀਤਾ, ਇੱਥੇ ਤੁਸੀਂ ਖੁਦ ਹੀ ਆਪਣੇ ਜ਼ੇਨ 'ਚ ਇਹ ਤਸਲੀਮ ਕਰ ਲੈਂਦੇ ਹੋ ਕਿ ਮੈਂ ਜਿਹੜਾ ਇਹ ਕਹਿ ਰਿਹਾ ਵਾਂ ਕਿ ਉਹਨਾਂ ਨੇ ਨਬੂਵਤ ਦਾ ਦਾਵਾ ਨਹੀਂ ਕੀਤਾ, ਇਹ ਮੈਂ ਕਿਸੇ ਹੋਰ ਦਾਅਵੇ ਨੂੰ ਵੀ ਨਾਲ ਨਲੀਫਾਈ ਕਰ ਰਿਹਾ ਵਾਂ। ਮੈਂ ਉਹੀ ਅਲਫਾਜ਼ ਪੜ੍ਹੇ ਜਿਹੜੇ ਉਹਨਾਂ ਨੇ ਕਹੇ ਨੇ। ਅੱਛਾ, ਇੱਥੇ ਮੇਰੇ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਮੈਂ ਨਬੂਵਤ ਦਾ ਦਾਵਾ ਨਹੀਂ ਕੀਤਾ। ਮੈਂ ਵੀ ਇਹੀ ਕਹਿ ਰਿਹਾ ਮੇਰੇ ਸਾਹਿਬ ਨੇ ਨਬੂਵਤ ਦਾ ਦਾਵਾ ਨਹੀਂ ਕੀਤਾ। ਮੁਹੰਮਦ ਹੁਸੈਨ ਸਾਹਿਬ ਹੁਣ ਇਜਾਜ਼ਤ ਦਿਓ ਮੈਨੂੰ ਵੀ ਗੱਲ ਕਰਨ ਦੀ ਜ਼ਰਾ। ਜੀ ਜੀ। ਇਹ ਤੁਸੀਂ ਜਿਹੜੀ ਗੱਲ ਕੀਤੀ ਏ ਇਹਦੇ ਵਿੱਚ ਜਿਹੜੀ ਮੈਂ ਤਹਿਰੀਰ ਕੱਲ ਪੜ੍ਹੀ ਸੀ ਇਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕੀਤੀ ਏ। ਉਹਦੇ ਉਹਨਾਂ ਤੇ ਇਲਜ਼ਾਮ ਇਹੀ ਲਾਇਆ ਸੀ, ਉਹਨਾਂ ਨੇ ਲਿਖਿਆ ਕਿ آپ نے اس جلسہ میں دعویٰ نبوت سے انکار کیا ہے، یہ غلط خبر چھایا ہوئی۔ ٹھیک ہے، حضرت مسیح موعود السلام نے ਅੱਗੇ ਜਿਹੜਾ ਫਰਮਾਇਆ ਉਹ ਸੁਣੋ ਮੇਰੀ ਗੱਲ ਨਾ। ਉਹ ਵੀ ਇਹੀ ਕਹਿੰਦੇ ਨੇ, ਉਹ ਕਹਿੰਦੇ ਨੇ کہ جو الزام میرے پر لگایا جاتا ہے کہ گویا میں ایسی نبوت کا دعویٰ کرتا ہوں، سن لو غور نال، جس سے مجھے اسلام سے کچھ تعلق باقی نہیں رہتا۔ اور الزام یہ لگاتے ہیں وہ لوگ کہ جی یہ نئی نبوت لے کے آئے ہیں، ان کا آن وسلم کے ساتھ کوئی تعلق نہیں ہے۔ اس نبوت کے دعوے کا انکار حضرت مسیح موعود السلام نے کیا ہے، لیکن دوسری طرف جو وہ فرماتے ہیں کہ میں مستقل طور پر اپنا ایسا نبی نہیں سمجھتا کہ قرآن شریف کی پیروی کی کچھ حاجت نہیں، اپنا علیحدہ کلمہ علیحدہ قبلہ بناتا ہوں اور شریعت اسلام کو منسوخ کی طرح قرار دیتا ہوں اور آن وسلم کے اقتداء اور مطابقت سے باہر ہو جاتا ہوں۔ یہ الزام صحیح نہیں ہے، بلکہ ایسا دعویٰ نبوت کا میرے نزدیک کفر ہے۔ وہ اس نبوت کے دعوے کی تردید کر رہے ہیں، اور نہ آج سے بلکہ اپنی ہر ایک کتاب میں انہوں نے ساریاں کتاباں دی تحریراں دی بھی وضاحت پیش کر دیتی ہے۔ میں ہمیشہ یہی لکھتا آیا ہوں کہ اس قسم کی بات کا مجھے، اس قسم کی نبوت کا مجھے کوئی دعویٰ نہیں ہے، اور یہ سراسر میرے پر تہمت ہے، اور یہاں پر میں اپنے تئیں نبی کہلاتا ہوں۔ وہ صرف اس قدر ہے کہ میں خدا تعالیٰ کی ہم کلامی سے مشرف ہوں، اور میرے ساتھ بکثرت بولتا اور کلام کرتا ہے اور میری باتوں کا جواب دیتا ہے، اور بہت سی غیب کی باتیں میرے پر ظاہر کرتا ہے، اور آئندہ زمانوں کے وہ راز میرے پر کھولتا ہے۔ جب انسان کو اس کے ساتھ نہ جی ہوں بیچنا نہ بولو، ذرا سنو تسی۔ اچھا، آگے فرمایا انہوں نے کہ آئندہ زمانوں کے وہ راز میرے پر کھولتا ہے کہ جب تک انسان کو اس کے ساتھ خصوصیت کا قرب نہ ہو دوسرے پر وہ اصرار نہیں کھولتا۔ انہی امور کی کثرت کی وجہ سے اس نے میرا نام نبی رکھا ہے۔ ہن دسو اسی کی انہوں نے منیے، اے میرے صاحب کا فیصلہ ہے۔ الہامن تسی جڑی بات گل کردے ہو، سنو محمد حسین صاحب گل سن لو۔ مکفرین دے جوڑے نے انہاں دا الزاماتی جواب انہاں نے دلائل دے طور تے، لیکن جیڑا دعویٰ اور بطور حکم انہاں نے جیڑا فیصلہ کیتا ہے، انہاں نے یہ فرمایا ہے کہ میں جس حالت میں خدا نے میرا نام نبی رکھا ہے تو میں کیوں کر انکار کر سکتا ہوں؟ میں اس پر قائم ہوں اس وقت تک جو اس دنیا سے گزر جاؤں۔ ٹھیک ہے، جزاک اللہ۔ یہ جی تسی تحریر پڑھی ہے نا، ਇਹਦੇ ਚ ਕੋਈ اختلاف جی مکائی ہے نا آگے سی گل کہ اللہ تعالیٰ نے میرا نام نبی رکھیا ہے۔ ہن ਇਹਦੇ ਉੱਤੇ میرا ایک فقرہ سن لیو کہ قتل وہی صفحہ نمبر 155۔ یار یہ لاسٹ والا ان کا فیصلہ ہے، وہ ساریاں دلائل نے، تسی مطلب ہے کہ کنفیوز نہ کرو چیزاں نو۔ میں مرزا صاحب دی گل ہے، ایک منٹ غصہ نہ کرو، غصہ نہ کرو نا، گل سنو۔ ایک نام رکھیا نا میرے صاحب نے،
ਵੇਖਿਓ ਨਾਮ ਕਿਹੜਾ ਰੱਖਿਆ ਹੈ। ਉਹ ਕਹਿੰਦੇ ਨੇ अल्लाह ताला की तरफ से मुझे हकीकी तौर पर नहीं बल्कि मजाजी तौर पर नबी का नाम दिया गया। इथों ही पता लगता है कि हकीकत दा उल्ट मजाज हुंदा है इस फिक्र दे विचों। ਉਹ ਕਹਿੰਦੇ ਨੇ अल्लाह ताला की तरफ से मुझे ਇਹ ਜਿਹੜਾ ਨਾਮ ਦਾ ਜ਼ਿਕਰ ਕੀਤਾ ਨਾ ਅਬਦੁਲ ਬਾਸਿਤ ਭਾਈ ਕਿ अल्लाह ताला ने ਮੈਨੂੰ ਮੇਰਾ ਨਾਮ ਰੱਖਿਆ ਤੇ ਮੈਂ ਇਹ ਤੋਂ ਕਿਉਂ ਇਨਕਾਰ ਕਰਾਂ। ਕੋਈ ਗੱਲ ਨਹੀਂ, ਇਹ ਫਿਕਰ ਅੱਗੇ ਸੁਣ ਲਓ। ਉਹ ਮਜਾਜ਼ੀ ਤੌਰ ਤੇ ਨਾਮ ਨਬੀ ਦਾ ਰੱਖਿਆ ਗਿਆ। ਉਹ ਕਹਿੰਦੇ ਨੇ ये सवाल नहीं है बासित भाई, बासित भाई नदीर मैं अपनी बात कर रहा हूँ, बासित मसीह मौत की बात कर रहा हूँ। मेरी बात सुने भाई, मेरी बात सुने यार भाई और रुक तो जाओ। ओ भाई बारी बारी बात करते हैं, क्या हो गया? चुप करो, बारी बारी बात करते हैं, क्या हो गया आप लोगों को? अब बासित भाई मेरी बात सुने, आप ये बताएं, छोटी सी आपकी बात, मैं हकीकतुल वही की बात करने लगा हूँ। एक क्या हो गया भाई, इसका जवाब ले लो पहले। प्यारे इसका जवाब पहले तुसां कितनी लंबी गल कीती है, तुसां कितनी लंबी गल कीती ते सारे चुप करके सुनदे, उन्होंने भी करन दो गल। अब जब भी बात करते थे आप बीच में कहते थे सुन लो विच ना बोलो, सुन लो विच ना बोलो। तो ये कानून आपने अपने लिए भी रखना है ना भाई। जब बंदा बात कर रहा हो तो उसको मुझे भी कहने का ये हक है, सुन लो विच ना बोलो। सुन ले इनको, सुन ले बस, आपने याद रखना है। मैं बड़ी मुश्किल सी बात करने लगा हूँ बासित भाई। जो आपने तहरीर पढ़ी है वो मिर्जा साहब की तहरीर है, उससे कोई इख्तलाफ नहीं है। यही तो मैं आपको समझा रहा था कि ये मुखालिफिन आप लोगों को ट्रैप करते हैं। ये आपको कहते हैं नबूवत का दावा है, तुसी मान जाते हो हाँ है। मेरे साहब कहते मेरे नबूवत का दावा नहीं है, वो कहते ने हेलो मेरे साहब दा नबूवत का दावा नहीं है, वो कट के तुहानूं दस दिंदे ने। तुसी कहते हो नहीं है ऐस नबूवत का इनकार कीता फलानी दा नहीं कीता। हुण गल सुनो, हुण गल ये है कि जब कोई बंदा आपसे पूछे कि नबूवत का दावा है, उसका जवाब होता है नहीं है, कि मेरे साहब ने खुद लिखा हुआ है मेरा नबूवत का दावा नहीं है। अब आपने इतनी लंबी जो तहरीर पढ़ी है मेरे साहब की तहरीर तौर पे, अब वो जो नाम अल्लाह ने नबी रखा है, मैं सिर्फ एक बिकरा पढ़ूंगा, वो बात वाज़ी हो जाएगी, मेरी आपकी बात खत्म हो जाएगी। इधर ही वो जो अभी आपने सारी बात ला के नबी पे खत्म की है कि मेरा नाम नबी रखा है, हकीकतुल वही सफा जमीमा की वही 155 नंबर सफा है, सब लिखते हैं और अल्लाह ताला की तरफ से मुझे हकीकी तौर पर नहीं बल्कि मजाजी तौर पर नबी का नाम दिया गया। तो ये जो नबी का नाम है ये मजाजी तौर पर दिया गया है। दैट्स इट, बात खत्म हुई। आपने इतनी लंबी तहरीर पढ़ी है, मिर्जा साहब ने हकीकतुल वही में उसकी तशरीह कर दी है कि जो मुझे नाम मिला ना नबी का ये मजाजी तौर पर मिला। ये मेरी बात नहीं है, मिर्जा साहब की बात है। अच्छा आप होगी आपकी बात, होगी आपकी बात। लेकिन नज़ीर साहब का सवाल ये है, आप ऐसे ही परेशान हो रहे थे। सुने, नज़ीर साहब का सवाल ये है कि इर्रेस्पेक्टिव के मजाजी हैं या हकीकी हैं या कोई हैं, उनका नाम नबी रखा गया है या नहीं। उनका दावा इस चीज का है कि नहीं कि मेरा नाम नबी है। उनका सवाल ये है और उनके सवाल का जवाब मैंने दिया है यही कि हाँ अल्लाह ताला ने उनका नाम रखा है नबी, जिस सेंस में भी उन्होंने कहा है कि मुझे अल्लाह इस सेंस में पुकारता है, हम उस पे ईमान रखते हैं कि वो उस किस्म के नबी कोई नहीं मेरी बात सुन ले आप। आमिर नजीर साहब अगर ये सवाल आपसे पूछा हो ना, आमिर नजीर ने अगर ये सवाल पूछा हो तो मेरे ख्याल में आमिर नजीर से बड़ा और ज्यादा अहमक बंदा कोई नहीं होगा कि आमिर नजीर अगर ये सवाल पूछे इतने सालों के बाद कि मिर्जा साहब नाम मजाजी रंग में या किसी रंग में नबी रखा गया है। ये आमिर नजीर के सवाल मैं मान नहीं सकता इसका सवाल हो आमिर नजीर का। ये उन्होंने कहा जी दिल्ली और बरूदी है, पूछे अभी मुंह पे बैठे हुए हैं। आमिर नजीर साहब ਤੁਸੀਂ ਇਹ ਸਵਾਲ ਕਰੋਗੇ ਹੁਣ ਕਿ ਮਜਾਜ਼ੀ ਤੌਰ ਤੇ ਗੈਰ ਕੀ ਤੌਰ ਤੇ ਉਹਦਾ ਨਾਮ ਨਬੀ ਰੱਖਿਆ ਕਿ ਨਹੀਂ ਰੱਖਿਆ, ਉਹਨਾਂ ਨੇ ਦਾਵਾ ਕੀਤਾ ਕਿ ਨਹੀਂ। बिल्कुल मैंने किया सवाल गलत बयान गल खत्म हुई ना नज़ीर साहब बात खत्म हुई। अब्दुल बासित भाई आपकी फिर आमिर नजीर साहब ये अक्सर आप सवाल करते हैं, आप किसी रंग में तो उनको नबी कहा है ना, आप तो हमेशा ये कहते हैं। आप दोबारा सवाल भी आमिर नजीर नहीं कर सकता, ये किसी आमिर नजीर ये सवाल करता है। ये आप उनके मुंह में जवाब डाल रहे हैं, उन्होंने सवाल ही मारते। मैंने कहा कि आमिर नजीर साहब ये कहते हैं कि आमिर नजीर ने ये सवाल किया, मैं कहूंगा आमिर नजीर का सारा काम बढ़ जाता है। भाई आमिर नजीर ने सवाल ये किया, ये चौहान साहब बैठे हुए हैं, इनसे पूछ लें आप। आमिर नजीर और नईम साहब बैठे हैं, उनसे पूछ लें। मजाजी नबी नहीं होता भाई। आमिर नजीर साहब दोबारा सवाल करें। कि आप जो भी बात करना चाहते हैं, जो भी वजाहत करना चाहते हैं, उसके एंड पर हमें ये बता दें कि आप मिर्जा साहब को नबी मानते हैं या साहब को नबी मानते हैं या
پہ تو جب مجازی کا ذلی کا بروزی کا لفظ نہ استعمال ہو تو وہ تو جاہل مخالف کا کام آ گیا، میں آپ کو ادھر تو نہ بتاتا ہے، ہوں روک کے نہ ہے۔ میں آپ کو بتاتا ہوں باسط صاحب نے جو تحریر پڑھ دی ہے نا، وہ آپ تعصب کے اینک اتار کے پڑھیں گے تو آپ کو سمجھ آ جائے گی۔ حضرت محمد صلی اللہ علیہ وسلم نے فرمایا کہ اگر سجدہ خدا کے بعد کسی کو جائز ہوتا تو میں حکم دیتا کہ اپنے خاوند کو سجدہ کرو۔ ہم عرف عام میں کہتے ہیں کہ خاوند جو ہے وہ مجازی خدا ہوتا ہے، عورتیں کہتی ہیں جو نیک خاوند ہے، جزاک اللہ، ٹھیک ہے۔ جزاک اللہ۔ اور اسی طرح بانی جماعت احمدیہ نے اگر کہا ہے کہ مجازی طور پر یوں ہیں تو نبی نے جو بھی نام دے دو زندہ یا باد ہو گئے، جیسے مجازی طور پر خدا ہوتا ہے ہسبینڈ، ایسے ہی مجازی طور پر وہ بھی نبی ہو گئے، زندہ باد، سارا زندہ باد۔ خدا کے بیٹے نہیں تو ہیں، آپ اسی کا ہاں تو طرح کوئی یہی اختلاف خدا کے ہے رنگ ہی یہی نہیں۔ ہم کہہ رہے ہیں، جواب دے رہے ہیں، اس میں جھگڑے کی پتہ تو نہیں کیا جب وہ بات ہے۔ خالی وہ ذلی بروزی کا یہ لفظ تو نہیں آپ استعمال کرتے ہیں، غیر کی نہیں کرتے، تو آپ خدا نبوت کا دعویٰ کیوں مانتے ہو؟ آپ مجازی بات خدا کو کوئی بندہ خدا مانتا ہے؟ میری بات، آپ باتیں ویسے ہی کر رہے ہیں جیسے اپنی برادوں پہ بیٹھ کے ملحدین اور مستشرقین اسلام کے متعلق ایسے قرآن نہ کریں، ایسے نہ کریں، یہ کام نہ کریں۔ نے کہا ہے مجازی خدا کو وہی کوئی کام خدا کر رہے ہیں مانتا ہے، آپ یہی تو ہم کہہ رہے ہیں۔ یہ مجازی سوال خدا ہے، خدا نہیں ہوتا، مجازی نبی نہیں ہوتا۔ یہ اللہ کی طرف سے آنے والے گل ختم ہوگی۔ سملیرٹی ہے۔ انہوں نے بات کیوں مکا جی دی عبد ہے، انہوں نے الباسط کہا ہے صاحب؟ کہ جس طرح عورت کو حکم ہوتا، اگر سجدہ کرنے کا ہوتا نا کسی کو، تو وہ ہوتا اس کے ہسبینڈ کو، تو اسی لیے اس کو مجازی خدا کہتے ہیں۔ اسی طرح مرزا صاحب ہیں، انہوں نے بھی کہا ہے، نجات صاحب نے بھی کہا ہے یہ۔ محمد حسین صاحب ایک منٹ میری بات سنیں، یہ آپ کی مثال غلط اس لیے میں نے ہے نہیں دی، کہ وہ اللہ کے سن بندے لیں انہوں نے دی ہے میری نجات صاحبہ نے۔ بات سن لیں نا، بات سن لیں ذرا۔ یہ آپ کہہ رہے ہیں کہ جی خامد جو ہے اس کو مجازی خدا، کیا خامد کو حضرت صلی اللہ علیہ وسلم نے کہا کہ الہامن اللہ نے مجھے بتایا کہ وہ مجازی یہ خدا ہے؟ پوچھیں ان سے، پوچھیں نجات سنو صاحبہ سے، میری ایک نجات منٹ صاحب۔ بات سن لو، میری بات سن لیں۔ ان کو آپ لوگوں نے کہا کہ وہ چونکہ جس طرح وہ مجازی خدا ہے، اللہ تعالیٰ نے، حضرت مسیح موعود علیہ السلام کہتے ہیں کہ مجھے خدا نے میرا نام نبی رکھا ہے، اور وہ مجازی نبی یا حقیقی نبی یا جو بھی ہے ان کا نام استعارہ اور نبی مجاز رکھا کے ہے۔ طور پر خامد کا نام کو خدا نے نبی وہ خدا نہیں وہی رکھا، استعارہ کی مثال دی ہے، سمجھ آ گئی؟ خدا ٹھیک ہے عبد الباسط بھائی، آپ استعارہ کو یہ کی پتہ ہے یہ مثال دی مثال ہے، کس نے استعارہ دی ہے؟ اس طرح ہوتا ہے۔ خامد عبد خدا سے الباسط نکلا بھائی، ہے نا، آپ کو یہ پتہ ہے کہ یہ خامد مثال خدا کس نے سے دی تھی؟ نکلا ہے۔ تو آپ نے خدا سے نکلا ہے۔ آپ اس مثال پہ بحث کر رہے ہیں نا آگے، ہاں نہیں ہاں نہیں، یہ دیکھیے، میں ان کو اور زندہ ندیم باد صاحب بھی انہوں لے میں بیٹھے کہ ہاں جی جس طرح وہ نہیں ہوتا باسط یہ نہیں ہوتا۔ بھائی آپ تو میرے بھائی ہیں، انہوں نے دو باتیں کی تھیں۔ انہوں نے کہا تھا کہ تعصب کی اینک اتار کے دیکھیں، تو میں ان کو یہ بتانے لگا تھا، پہلے وہ بات بلکہ رہ گئی کہ تعصب کی اینک آپ ایک احمدی کو کہہ رہے ہیں کہ اتار کے دیکھو میرے صاحب کی تحریر پڑھتے ہوئے، جو 5 نسلوں سے احمدی ہے اور وہ کسی ختم نبوت کے مدرسے میں نہیں پڑھا ہوا، تو تعصب کی اس سے زیادہ آپ نے کیا اتروانی ہے؟ جو مرزا صاحب کو علیہ الصلوۃ والسلام بھی کہہ رہا ہے، جو خلیفۃ المسیح خامس کو عید اللہ تعالیٰ بن نصر العزیز کہہ رہا ہے، اس سے زیادہ آپ نے تعصب کی اینک کسی سے کیا اتروانی ہے؟ نمبر 1۔ نمبر 2، کس یہ بات جو کی؟ مثال ہے نا، یہ جو مثال ہے عبد الباسط بھائی، مجازی خدا والی، خامند والی مثال، یہ دی ہے، میں نے نہیں دی، یہ نجات صاحب نے دی ہے اوپر جو آپ کے ساتھ ہمارا بات کہ کر رہے میں جا رہا ہوں، خدا حافظ۔ ہیں، یہ انہوں نے مثال دی ہے، میں نے نہیں مثال دی۔ علیم جی صاحب، جی ایک بڑا تضاد آ گیا آپ کی باتوں میں کہ آپ ایک طرف کہتے ہیں کہ مرزا صاحب کا نبوت کا دعویٰ نہیں ہے، دوسری طرف خلافت بھی چلا رہے ہیں کہ ایسا نبی ہے کہ جس کی خلافت چاہ رہی ہے لیکن وہ نبی نہیں ہے۔ نہیں مہمان صاحب، پتہ مسئلہ کی ہے، تہاڈے نال گل کر دیا نا، میرے کو 2.5 منٹاں بعد گل پھس جانی ہے، بھی میں نے یہی 2-2.5 بات منٹ کا پوچھی ہے کہ ٹائم لگنا ہے، خلافت گل آپ پھس چلا جانی رہے ہے۔ ہیں۔ نہیں بھائی، میں تمہیں اگے بھی آخیا میوٹ رکھو، انہوں گل ایک منٹ نبیڑ لین دو بھی نبوت کا دعویٰ مجازی طور پہ اگر کیتا ہوئے اس بندے نے نبی مننا چاہیے، ہرگز نہیں۔ نبی۔ مرزا صاحب کہتے ہیں پھر ہمارے مخالف جب اس بحث میں عاجز آ جاتے ہیں تو افطراء کے طور پر ہم پر یہ تہمت لگاتے ہیں گویا ہم نے نبوت کا دعویٰ کیا ہے، ٹھیک ہے، کیونکہ افطراء یہ کے سوال طور عامر پر نذیر صاحب مجھ سے بھی ہے ایسا؟ تہمت لگاتے ہیں۔ اچھا مجھ سے کریں عامر نذیر صاحب یہ سوال دوبارہ، کہ اگر ان کا نبی، میں لے لیتا ہوں سوال آپ کا، آگے ہے، میں کھانا کھا رہا ہوں، میں صرف اتنا ٹھیک ہے، آگے سوال ہے، پر اس کا میں جواب دیتا ہوں، طارق چوہان صاحب نے جو جواب دیا وہ میرا جواب نہیں ہے۔ میں کہتا ہوں کہ جب بھی آپ نبوت کی بات کرو گے، خالی نبوت کی، تو نبوت کا دعویٰ تو کیٹیگوریکلی مرزا صاحب کا نہیں ہے، انہوں نے ڈینائی کیا ہے، ہمیشہ ڈینائی کیا ہے، وہ مکفرین ہیں، جاہل مخالف ہیں جو خالی نبوت کا دعویٰ لگاتے ہیں۔ جب بھی آپ نے خالی نبوت کی بات کرو گے وہ کوئی نہیں ہے۔ ہاں اگر آپ مجھ سے یہ پوچھو گے کہ مرزا صاحب مجازی طور پر، مجازی معنوں میں
ان کو نبی کا نام دیا گیا؟ میں کہوں گا جی ہاں دیا گیا، مرزا صاحب نے لکھا ہے دیا گیا۔ آپ کہو گے کہ مرزا صاحب لغوی اعتبار سے ان کو نبی کا نام دیا گیا، مرزا صاحب کا یہ دعویٰ ہے؟ میں کہوں گا جی ہاں مرزا صاحب کا یہ دعویٰ ہے۔ ذلی اور آپ بروزی مجھے اعتبار کہو سے گے ذلی طور پر مرزا صاحب کا دعویٰ ہے کوئی نبوت کا؟ میں کہوں گا جی ہاں ہے۔ آپ کہو گے بروزی طور پر؟ میں کہوں گا جی ہاں ہے۔ اگر آپ ذلی، بروزی طور پر، مجازی اور استعارہ کے رنگ میں مرزا صاحب کے دعویٰ پوچھیں گے تو میرا جواب بالکل ہاں میں ہوگا، کیونکہ یہ میرا جواب نہیں ہوگا، یہ مرزا صاحب کی تحریر سے جواب ہوگا۔ جب آپ پوچھو گے کہ مرزا صاحب کا دعویٰ نبوت ہے، اس کا جواب نہ میں ہے، نہ میں ہے، نہ میں ہے۔ میرے پاس یہ جو تحریر ہے میں 600 دفعہ پڑھ چکا ہوں۔ مرزا صاحب نے کہا ہے کہ مکفرین جو ہیں وہ پوچھتے ہیں کہ دعویٰ نبوت ہے۔ میں کہنا او بھائی میرا کوئی دعویٰ نبوت نہیں ہے، نہ ہی میں نے کبھی کہا ہے میں نبیوں میں سے ہوں۔ شرارتی بھی پوچھتے ہیں، شرارتی۔ تو نہیں تو جو ذلی، باشی صاحب تحریر بروزی، پڑھ گئے ہیں وہ آپ کی سمجھ سے اوپر گزر گئی ہے، دماغ کے اوپر سے گزر گئی ہے۔ اس تحریر کے کون اندر سی؟ پورا مفصل جواب ہے جو باشی وہ جو صاحب اپنے تحریر پڑھ کے اپنے گئے اپنے ہیں، الفاظ میں بتائیں، اپنے الفاظ میں بتائیں جو آپ کے دماغ کے اندر گئی ہے۔ جو وہ پڑھ کے گئے ہیں نا آپ وہ جو پڑھ کے گئے ہیں تحریریں، وہ میں تو آپ کو سنا دوں گا اچھا، ساری۔ یہ محمد لیکن سہیل صاحب، طارق چوہان صاحب، او ایک محمد سیکنڈ، سہیل صاحب، طارق چوہان یہ صاحب سنیں، پلیز، مرزا طارق صاحب صاحب نے پلیز خود پلیز، نبی کی طارق تعریف چوہان کر دی صاحب ہے۔ پلیز اور پلیز، طارق پلیز چوہان صاحب تھوڑی پلیز، دیر چپ کریں نا۔ وہ ایک سیکنڈ رک تو جاؤ، میں آپ کی باری بات کرنا۔ یہ جو نجات یافتہ صاحب جو آپ کے دماغ کے اندر وہ تحریر گئی ہے، میرے دماغ کے اوپر سے گئی ہے، ذرا اپنے لفظوں میں بیان کرنا۔ انہوں نے یہی پڑھا ہے کہ جو لوگ میرے مکفرین جو ہیں وہ میرے اوپر یہ الزام لگاتے ہیں نبی ہونے کا، میں نے کوئی بھی آزاد نبی ہونے کی حیثیت سے میرا کوئی دعویٰ نہیں ہے، نہ میں کسی ایسی اچھا، مطلب یہی ہے کہ میں وہ نبی ہوں جو آن وسلم کی صداقت تصدیق کرنے کے لیے آیا ہوں، اس لیے مجھے کوئی آزاد نبی، میں نہ کوئی نیا قرآن لایا، نہ کوئی نئی نماز لایا، نہ کوئی نئی شریعت لایا ہوں۔ بات ختم۔ یہ تو انہوں میں نے نے کیا بات کی؟ بات کی۔ میں نے کیا بات میں کی؟ میں ایسا نے نبی الٹی نہیں، بات کر دی میں تھی اس ایسا سے کوئی؟ نبی نہیں ہوں۔ انہوں نے آخر پہ یہ بھی پڑھا ہے کہ ہاں میں وہ نبی ضرور ہوں جس کے اوپر مکاشفات اور علامات اور زمانے کی خبریں اللہ تعالیٰ کثرت سے کلام کرتا ہے، جو دوسرے لوگوں سے نہیں کرتا، وہ صرف نبیوں سے کرتا ہے، تو وہ خدا نے میرا نام نبی رکھا ہے تو وہ میں ٹھیک ہے، نبی ہوں۔ تو بس میں ختم نے ہو کیا گیا۔ الٹی بات کی ہے بیچ میں، وہ بتانا ذرا۔ آپ تو کہتے ہیں کہ انہوں نے مرزا میرا صاحب ایک نے، فکرہ بتاؤ نا جو آپ کو برا لگا ہے، ایک فکرہ بتاؤ نا ذرا۔ آپ جو کہہ رہے ہیں کہ مرزا صاحب کا دعویٰ ہی نہیں ہے کہ وہ نبی ہیں۔ یہ میں نے کہا ہے، ہاں انہوں نے تو میں نے نہیں کہا، یہ محمد سہیل نے یہ نہیں کہا بھائی۔ میں ابھی آپ کے دماغ کے اوپر سے میری باتیں گزر گئی ہیں، جو میں بتائیں کہہ کیا رہا ہوں کہ ہے؟ جب آپ مرزا صاحب کا خالی نبوت کا دعویٰ مانگو گے کہ مرزا صاحب کا نبوت کا دعویٰ ہے خالی، اس کا جواب میں نے نہیں، مرزا صاحب نے دیا ہوا ہے کیٹیگوریکلی، نہیں بالکل بھی نہیں ہے، وہ مکفرین ہے۔ آپ نے میری بات نہیں سنی؟ مرزا صاحب نے کہا ہے کہ جو مجھے یہ جو نام دیا نبی کا، یہ حقیقی طور پر نہیں بلکہ مجازی طور پر دیا گیا ہے، اور آپ نے پھر میری وہ والی بات نہیں سنی کہ مرزا صاحب کہتے ہیں کہ مکفرین مجھ پر دعویٰ نبوت کا الزام لگاتے ہیں، اور میں کہتا ہوں میرا جواب یہ ہوتا ہے کہ او بھائی میری بات سنو، میں نے کوئی نبوت کا دعویٰ نہیں کیا، اور میں نے کب کہا ہے کہ میں نبیوں میں سے ہوں؟ یہ میری بات ہے، یہ آپ کو بری لگی ہے، اور آپ نے میری وہ والی بات نہیں سنی جو آپ کے اوپر سے گزری ہے کہ بھائی اگر آپ پوچھو گے کہ مرزا صاحب کا ذلی طور پر نبوت کا دعویٰ ہے تو میرا جواب ہوگا جی ہاں، بروزی طور پر ہوگا جی ہاں، مرزا صاحب کا استعارہ کے رنگ میں، مجازی رنگ میں دعوی نبوت ہے، میرا جواب ہوگا جی ہاں۔ یہ بات آپ کو سمجھ آئی ہے یہ میں نے کی ہے ابھی؟ جی آئیے۔ یہ اختلاف ہے آپ کو اس بات سے کہ مرزا صاحب کا ذلی اور بروزی طور پر نبوت کا دعویٰ ہے؟ نہیں اختلاف ہے؟ نہیں، اختلاف نہیں۔ تو پھر کیا میری بات میں، آپ کی بات میں غلط ہوا؟ یہ سوال ہے کہ کیا مرزا صاحب کا در حقیقت نبی ہونے کا دعویٰ ہے، یعنی آپ ان کو مانتے ہیں کہ وہ حقیقی طور پر نبی تھے؟ نہیں، اس کے بعد میری باری تھی احمد نذیر یہ صاحب۔ پوچھیں ذرا نجات پہلے یافتہ محمد سے، سہیل نجات میرے سے یافتہ منتیں صاحب، کر کے اس نے کہا مجھے بولنے دیں، چلو یار اب لے لو، میری آپ باری باری لے ہے۔ لو، میں جاننا، میں مرزا صاحب نے نبوت کی تعریف کی ہوئی ہے، وہ والی ہم تعریف دیکھ لیں، کامل طور پر شرف مکالمہ اور مخاطبہ الہیہ حاصل کرے اور تجدید دین کے لیے معمور ہو، یہ نہیں کہ وہ کوئی دوسری شریعت لاوے، کیونکہ شریعت آن حضرت صلی اللہ علیہ وسلم پر ختم ہے، اور آن حضرت صلی اللہ علیہ وسلم کے بعد کسی پر نبی کے لفظ کا اطلاق بھی جائز نہیں جب تک اس کو امتی بھی نہ کہا جائے، جس کے یہ معنی ہے کہ ہر ایک نام اس نے آن حضرت صلی اللہ علیہ وسلم کی پیروی سے پایا ہے، نہ براہ راست۔ اور مرزا صاحب یہ بھی کہہ رہے ہیں کہ ذلی نبوت کا سلسلہ قیامت تک جاری ہے۔ تو سلسلہ کون سا ذلی نبوت کا؟ وہ یہی جو مجددین کا سلسلہ ہے۔
तो बात सारी हो जाती है ना क्लियर, इस वजह से जब आपको पता चल गई है कि नबी की जी तारीफ क्या है। चले, मैं अब फिर खामोश होता हूँ, लेकिन मेरा ये दावा है कि मैंने जितनी भी बातें की हैं उनमें से मेरा कोई एक फिक्रा बता दें जो मैंने मिर्जा साहब की किताब से अलग बोला हो। आई लव यू मोहम्मद निजात याफ्ता हुसैन, भाई, मोहम्मद हुसैन आई लव यू, तुमने सही बातें की। नजात याफ्ता साहब बताएं कि क्या मिर्जा साहब हकीकी तौर पर नबी थे? जी हैं? ओ नहीं, ओ भाई अल्लाह के बंदे की तौर पर नबी कहाँ से ले लिया ये आपने? गैर हकीकी नहीं आती, आप लोगों को गुमराह क्यों कर रहे हो? नबी का मतलब क्या नबूवत है? नाक्सा, रुक ये जाए। नबी का ये मतलब आपके पास हवाला है इसका? नबी एक के मिनट रुकना, लफ्जी मानी क्या है, लुग़वी मानी क्या है? उनका सवाल आपने सुना है? उनका सवाल क्या था? ये किनका? मुखालिफ हैं, ये आपको फंसाएंगे। मैं बताता हूँ आपको बार बार कि ये शरीर लोग हैं, ये आपको फंसाएंगे, आप फंस रहे हो मासूम अहमदियो। ये जाहिल वो मुखालिफ उस है। बंदे का सवाल है आमिर नजीर का, जिसने किताबें पढ़ पढ़ के इतनी मोटी ऐनक लगाई है, वो आपको खिलाता है अपने हाथों में और आप खेलते हो इसके हाथों में। वो उसने बड़ा एक टेक्निकल सवाल किया है। उन्होंने कहा है कि क्या मिर्जा साहब का हकीकी नबूवत का दावा था? आपने कह दिया हाँ। आपको पता है हकीकी मिर्जा लफ्ज साहब नहीं के बोला खिलाफ उन्होंने। बात कर गए हो आप? ये उन्होंने हकीकी लफ्ज करना, उन्होंने हकीकी का लफ्ज नहीं बोला उन्होंने। हकीकी का बोल रहे कुछ हैं। फिर सुनते क्यों नहीं हो सवाल उनका? आमिर नजीर साहब दोबारा सवाल करो जेड़ा अगे कीता से ओही वाला। जी नजात याफ्ता साहब, क्या दर हकीकत मिर्जा साहब नबी थे? आप देख रहे हैं, ये लफ्ज कह रहे हैं दर नहीं हकीकत। नहीं नहीं, जो अभी आपने सवाल किया इससे पहले हकीकी पहले हकीकी कहा वाला था, सवाल आपने किया है। आमिर नदीर में ये चलाकियां कर रहे हैं। आमिर नजीर पूरी वो दो खेलेगा। आमिर नजीर साहब ने 2 दफा सवाल किया दर आपसे। हकीकत पहली में दफा इन्होंने चलाता दर है, पहले हकीकत का लफ्ज हकीकी इस्तेमाल क्या किया नजीर है। साहब बहुत बड़ी मार्केटिंग करने वाले आमिर इंसान। नजीर साहब ने पहला आपने जब सवाल किया है तो उन्होंने कहा है कि दर हकीकत ये लफ्ज इस्तेमाल किया है, वो लफ्ज को खेल गए हैं। अगली दफा जब इन्होंने सवाल किया है तो इनका सवाल था क्या मिर्जा साहब का हकीकी नबूवत का दावा था? ये अल्फाज थे इनके, और जिसका हाँ। जवाब आपने हाँ में दे दिया है। अच्छा, मिर्जा साहब कह रहे हैं मैंने बार बार बयान कर दिया है कि ये कलाम जो मैं सुनाता हूँ ये कतई और यकीनी तौर पर खुदा का कलाम है, जैसा कि कुरान और तौरात खुदा का कलाम है, और मैं खुदा का ज़िल्ली और बरूज़ी तौर पर नबी हूँ, और हर एक मुसलमान को दीनी अमूर में मेरी इताअत वाजिब है। तो मिर्जा साहब ज़िल्ली और बरूज़ी नबी हैं। बरूज़ी सूरत ने उनको नबी बनाया है, ठीक मजाज है, के तौर पर और इस्तारा के तौर पर। ठीक है। उन्होंने शरीफ बंदा थी आ गया तो पढ़ पढ़ के सुनाई जो। नजात याफ्ता साहब, आपने वैसे ही एक बातों से बात निकली है, आप तो भाई हो मेरे, जारी बात है कि वक्त के इमाम को आपने माना है, मेटी तो पेटी भरा है, पेटी भरा। आप तो वैसे भी हमारे उस नाजी फिरके के अंदर हो, बाकी तो ये नारी हैं। मैं आपसे सिर्फ ये एक बात पूछने लगा था, अभी जो इन्होंने सवाल किया था कि मिर्जा साहब का हकीकी नबूवत का दावा है, इसका जो आपने जवाब दिया है हाँ में, ये वैसे आपको गलती लग गई थी या आप समझते हो ये? सुना सही नहीं ठीक उन्होंने। मिर्जा साहब का जो उन्होंने पूछा नबी हकीकी कहें या जो भी कहें, खुदा ने उनको टाइटल दिया है नबी होने का, ठीक है वो नबी है, लेकिन वो नहीं, नबी नहीं है जो रसूलुल्लाह की शरीयत के खिलाफ है। अगर मजाजी इनका तौर पर है सवाल ना पे नबी। जवाब देना ना, हमने जो जवाब देना होता है ना, वो सवाल का मुय्यन सवाल होता है, उसका मुय्यन ही जवाब होता है। मुय्यन इनका जवाब सवाल था जैसा हाँ, जवाब बानी जमात अहमदी ने दिया है, मैं वही दे रहा हूँ। नहीं ना, लेकिन वो सवाल दोबारा सुन लो ना आप। सवाल ये है कि क्या मिर्जा साहब का हकीकी नबूवत का दावा है? इसका जवाब आप हाँ में दोगे या ना में दोगे? थोड़ी सी मुझे उनसे आमिर साहब से कहें, 2 ही बंदे हैं दुनिया में, एक आमिर हक है, एक आमिर नज़ीर है। मैं उनसे ये पूछना चाहता हूँ कि वो ये बताएं कि हकीकी नबी से मुराद उनकी क्या है। इस सवाल को थोड़ा सा खोलें, इसको, इसके पर्चे जो है ना खोलें, फिर मैं समझूंगा। ये मिर्जा वो साहब कह रहे हकीकी हैं से मुराद रियल लेते हैं, याद रियल। रखना चाहिए साजिद ने कभी और किसी वक्त हकीकी तौर पर नबूवत या रसालत का दावा नहीं किया, कभी हकीकी और का किसी मतलब ये वक्त रियल लेते हैं। हकीकी तौर पर नबूवत नजात या याफ्ता, रसालत का दावा नहीं किया। और गैर हकीकी तौर पर किसी लफ्ज़ को इस्तेमाल करना और लुगत के आम मानों के लिहाज से उसको बोलचाल में लाना, ये मुस्तलज़म कुफर नहीं है। बस बात खत्म हो गई। नहीं वो भाई ने मेरे ख्याल में अभी नहीं, वो इस मैदान में मेरे ख्याल में वो नदान भाई हैं वो अभी। नए हैं, उनको नहीं भी पता भाई। जब वो ये मुखालिफिन आपसे सवाल करें ना, शरीर मुखालिफ के, उनका हकीकी नबूवत का दावा है, हाँ कभी नहीं कहना, ना कहना है मेरे साहब के 6 वाले हैं कि मैं हकीकी तौर पर नबी नहीं हूँ। उनको भी पता है, मुखालिफिन को भी पता है। वो इसलिए एक आपको सवाल ट्रैप करते हैं ना, तो आप मासूम अहमदी ट्रैप हो जाते हो बेचारे। एक सवाल मैं कर लूं? देखना एक और ही टेक्निकल सवाल जी, करो जी। नहीं टेक्निकल नहीं, मैं निजात याफ्ता साहब आपसे पूछ रहा हूँ कि नबूवत जारी है या बंद हो गई?
नबूवत उस तरह से जारी नहीं है जैसे बनी इसराइल। दिल्ली नबूवत क़यामत तक जारी है। ठीक है, मैं अच्छा, मेरा इससे ना थोड़ा थोड़ा इख्तिलाफ है। मैं उस तरह से नहीं मानता कि नबूवत उस तरह से जारी है जैसे बनी इसराइल में जारी हुई थी। मिर्जा साहब तो यही कह रहे हैं बनी इसराइल में जैसे जारी हुई थी मैं तो वैसे। मैं तो ये कहता हूँ कि अच्छा, मिर्जा साहब को नहीं आप मानते? रसूल पाक सल्लल्लाहु अलैहि वसल्लम ने एक नबी आने की खबर दी, मैं उसी को मानता हूँ। लेकिन मिर्जा साहब तो कह रहे हैं जिल्ली नबूवत का सिलसिला क़यामत तक जारी है। उसके बाद क़यामत तक के लिए अल्लाह ताला की तरफ से को जब चाहेगा जरूरत पड़ेगी वो नबी को भेज ये देगा। मिर्जा साहब ने हकीकतुल वही में इतना बड़ा झूठ क्यों बोल दिया फिर? झूठ नहीं बोला, उन्होंने सही बोला है, उन्होंने सही फरमाया कि वो तो कह रहे हैं सुने जब दुनिया इस हालत में आ जाएगी तो उनको नबी को जरूरत होगी तो खुदा नबी और बना भाई मिर्जा साहब ने ये लिखा हुआ है, आप अपना फलसफा क्यों बता रहे हैं हमें? हमें क्या दिलचस्पी आपके फलसफे? मिर्जा साहब ने ये लिखा, वो तो कह रहे हैं जिल्ली नबूवत का सिलसिला क़यामत तक जारी है। और देखिए कह रहे हैं हमारा मजहब तो ये है जिस दीन में नबूवत का सिलसिला ना हो वो मुर्दा है। बिल्कुल सही मानता हूँ। हाँ, तो फिर आप कहते हैं नहीं जब आ जाएगा, वो तो कह रहे हैं ये सिलसिला है। मानता हूँ मैं, लेकिन वो अभी तो आप नहीं मान रहे थे। नबी बनाता कौन है? वो अल्लाह जब चाहेगा बना देगा उसको, फिर जमाने वो पर। भाई सिलसिला है, एक के बाद एक आता है। वो कौन सा सिलसिला है? वो मुजद्दिदीन का सिलसिला है। मिर्जा साहब खुद 13वें खलीफा उसी सिलसिला के। तो जब अल्लाह ताला किसी को नाम दे देगा नबी का, वो हर सदी पे उन्होंने कहा आता है, हर अल्लाह ताला नाम दे। अल्लाह ताला ने तो पहले ही फरमा दिया हज़रत मोहम्मद सल्लल्लाहु अलैहि वसल्लम ने, इन्नल्लाह यबअसु लिहाज़िल उम्मत। अल्लाह ताला हर उम्मत पे, हर इस उम्मत के लिए हर सदी के ऊपर नबी का लफ्ज़ नहीं कहीं। और मिर्जा साहब 14वीं सदी के मुजद्दिद थे, 13वें खलीफा थे, और वो कह रहे हैं ये दायमी रूहानी खिलाफत है। अच्छा भाई निजात याफ्ता साहब, जी क्या मिर्जा साहब हकीकी तौर पर नबी हैं? फिर वही बात आप नहीं। फिर आप वही बात दोहरा रहे हो। मिर्जा साहब वो नबी हैं जो अल्लाह ने आपको जो मैंने सवाल पूछा है वो बताएं। आप हकीकी तौर पर इंसान हैं? मैं हूँ। मिर्जा साहब हकीकी तौर पर नबी हैं? लो जी। वो कहते हैं अल्लाह की तरफ से मुझे हकीकी तौर पर नहीं बल्कि मजाजी तौर पर नबी का नाम दिया। है कि ये शरीर मुखालिफ आपको फंसाएगा ना फंसना, अभी समझाया आपको। अभी मिर्जा साहब के खिलाफ अगर कोई बंदा बात करेगा तो उसको क्या निजात याफ्ता भाई कहना चाहिए आपके ख्याल में? वो जो बंदा बात करेगा उसके दिल की हालत को अल्लाह ताला जानता है कि वो किस तरह से नहीं मतलब अल्लाह ताला जानता है। के सामने किसी भी जान लो मिर्जा साहब का मुर्दाइयो। मानने वाला बैठा हो और मिर्जा साहब की तलीम के खिलाफ बात करे, आप उसको प्यार से आराम से कहोगे ना कि भाई ऐसी बात नहीं है, मिर्जा साहब ने इसको ऐसे लिखा है, ऐसे ही करोगे ना आप? मिर्जा साहब वो हकीकी भी हैं, वो जिल्ली भी हैं, वो बरूजी भी हैं, वो मजाजी भी हैं, वो सारे के सारे वो टाइटल गैर हकीकी हैं। वो अल्लाह ताला की हकीकी तरफ और उनकी गैर नबूवत हकीकी नबूवत आपस में नाकसा है। हकीकी नबूवत और तामा नहीं है, नबूवत नाकसा है उनकी नबूवत, वो रसूल पाक जो असल नबूवत नहीं होती। वो रसूलुल्लाह मेरी बात सुनो, ये रसूलुल्लाह अल्फाज का की खेल इताअत है निजात याफ्ता भाई। अभी आपको समझाया है कि जब ये मैं हकीकी आपको नबूवत का बताता हूँ पूछे ना, आपने नहीं कहना है। मैं ये कह रहा हूँ कि मिर्जा साहब जो हैं वो रसूल पाक सल्लम की इताअत मोटे दिमागों में लतीफ मज़ामीन नहीं आते मोहम्मद हुसैन। रसूलुल्लाह की इताअत की खिड़की से सर झुका कर तो निकलेगा। मिर्जा साहब क्यों ये मज़ामीन लिख कर गए हैं जो किसी के दिमाग में नहीं आते? आपके नहीं, ये मोटे दिमागों में तुमने नहीं सही आते। शुगर लाया, मिर्जाई मोटे कसमें भी दिमागों कि में मासूम और जैम भी चुक दे मिर्जा हो। साहब के मुनकरीन मोटे दिमागों में नहीं आते। एक मासूम जैम ये भी तो चुक मिर्जा के साहब के मुनकरीन वो नहीं है ना। नेट प्रैक्टिस कर दे ये मुनकरीन है ना। वो मिर्जा मुनकरीन साहब है, कहते निजात हैं याफ्ता जिल्ली मुनकर नबूवत है। का सिलसिला नहीं है। क़यामत तक जारी है। ये आपके सामने मिर्जाई कह रहा है नहीं ऐसी कोई बात नहीं है। आपके सामने ये आप निजात बता रहे हैं याफ्ता मिर्जा मुनकर है। साहब। मुनकर है ये मिर्जा साहब की। लो बात सुने, ये मासूम अहमदी उठा के नेट प्रैक्टिस करना ये कोई अच्छी बात है यार? अभी वो भाई को नहीं अगर पता तो आप वो बार बार वो बेचारे को अब मिर्जा साहब कह रहे हैं मुझे इल्हाम हुआ अंता मिन्नी बे मंजिलत बरूजी। उसका तर्जमा वो लिखते हैं तू मुझसे ऐसा है जैसे मैं ही जाहिर हो गया, यानी तेरा ज़हूर बैनी मेरा ज़हूर है। यानी मिर्जा साहब अपने आप को बरूजी तौर पर खुदा कह रहे हैं। जी कह रहे हैं। तो वो खुदा हो गए, वो बरूजी तौर पर खुदा होने की वजह से वाकई खुदा हो गए, हकीकी खुदा हो गए। जी बिल्कुल। ना करो यार। वो कहता जी बिल्कुल। निजात याफ्ता भाई, आप पैदाइशी अहमदी है ना? ये नोमो भाई हैं आप? नोमो भाई हैं कि पैदाइशी अहमदी हैं? मैं जैसा भी समझ लें आप। जैसे नहीं, भी समझ ले। वैसे पूछ रहा हूँ मैं कच्चा तो पक्का। भाइयों, अगर आप नोमो भाई हैं तो कोई मसला नहीं है। अगर पैदाइशी हैं फिर भी कुछ सारा कुछ ठीक है। नो मुबाए हैं तो पंगा न लिया करे आमिर नज़ीर से।
नहीं वो सीखना चाह रहे हैं, हमें ऐसा नहीं करना चाहिए। नहीं, वो नीचे बैठ के सूख रहे हैं ना। नहीं फिर तुम क्या बात आप लोग होगी? वो अपनी ब्रांड पे भी नज़ीर को अल्लाह ताला ने इतनी देर इंशाल्लाह जिंदा रखना है, वो देखते रहेंगे अपने सामने हाँ कि जमात के मुखालिफिन और जमात जो है वो किस पर किस भाई जमात तो जिल्लत और रुसवा हो रही है। निदा ने सारा कच्चा तारिक चटा निकाल के खोल तारिक दिया। साहब उनकी बहरहाल ये बात कंजर सुनिए खाना तो खोला देखते हुआ हैं। है कि निजात याफ्ता भाई बड़े अच्छे अखलाक के मालिक हैं, बड़ी बहुत अच्छी तरीके से वो बात करते हैं, गुस्सा नहीं करते। लेकिन भाई मैं कसम से आप मैं मुझे आपसे बड़ी मोहब्बत है, मैं सिर्फ ये कह रहा हूँ कि ये ट्रिकी क्वेश्चंस करते हैं ना, खासतौर पर हकीकी वाला, इसका जवाब नहीं में देना है, क्योंकि मेरे साहब का हवाला है ना कि मैं गैर हकीकी नबी हूँ, हकीकी तौर पर मेरा नाम अच्छा, नहीं, अभी बल्कि अभी मजाजी इन्होंने तौर पर कहा नबी है रखा गया है। जिल्ली पैगंबर को सिलसिला जारी नहीं। मिर्जा साहब कहते हैं एहद नस्सिरात अल मुस्तकीम की दुआ से साबित होता है अल्लाह ताला एक जिल्ली सिलसिला पैगंबरों का इस उम्मत में कायम करना चाहता है। तय करने कोई नहीं आगा। ये देखे जिल्द दोम सफा 104 नहीं नहीं, पर वो मेरे होता ख्याल है में मलफूजात में। ਵਾਲੀ ਦੁਕਾਨ ਇੱਕ ਮਿੰਟ ਪਰਾਂ ਕਰੋ ਤੇ ਮੈਨੂੰ ਗੱਲ ਪੁੱਛਣ ਦਿਓ ਨਜਾਤ ਯਾਫਤਾ ਸਾਹਿਬ ਕੋਲੋਂ। ਨਜਾਤ ਯਾਫਤਾ ਨਾਲ ਤੁਹਾਨੂੰ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ ਕਿ ਤੁਸੀਂ ਮਾਸੂਮ ਬੰਦੇ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ। ਐਡੇ ਮਾਸੂਮ ਨੇ ਤੇ ਟਿਕਟਾਕ ਤੇ ਆ ਗਏ ਨੇ। ਹਾਂਜੀ, एक मिनट आगे उनसे ने बात तो तो पता करें। चलेगा ना कि वो मासूम ने। पहले वो एक मिनट समझ बात लेते थे उनसे सारा पता। बात तो ਗੱਲ ਇਹ करने ਹੈ ਕਿ दें। ਮੌਕਫ ਤੇ ਉਹਨਾਂ ਨੇ ਅੰਸਰ ਰਜ਼ਾਵ ਸਾਹਿਬ ਵਾਲਾ ਲਿਆ ਹੈ, ਤੇ ਇਹ ਵੀ ਤੇ ਜ਼ਿਆਦਤੀ ਹੈ ਉਹਨਾਂ ਨੂੰ ਮਾਸੂਮ ਕਹਿਣਾ। ਇਹਨਾਂ ਦੇ ਫਿਰ ਚਾਦਰ ਪਾ ਦਿਓ ਚਿੱਟੀ ਈਦੀ ਵਾਲੀ। हाँ जी, ये चादर पा के इनको इथों ਮੌਕਫ ਤੇ ਉਹਨਾਂ ਦਾ हो जाओ। ਤਗੜਾ ਹੀ ਹੈ। ਮੈਂ ਕਿਹਾ ਇਹਨਾਂ ਤੇ ਚਾਦਰ ਪਾ ਦਿਓ, ਜੇ ਇਹ ਗੱਲ ਨਹੀਂ ਇਹਨਾਂ ਨੂੰ ਕਰਨ ਦੇਣੀ ਤੇ ਇਹਨਾਂ ਤੇ ਚਾਦਰ ਪਾ ਦਿਓ। ਨਹੀਂ ਕਰ ਲੋ ਮੈਂ ਤਾਂ ਸਿਰਫ ਇੱਕ ਤੁਹਾਨੂੰ ਗੱਲ ਯਾਦ ਕਰਾਈ ਹੈ ਕਿ ਇਹਨੇ ਸੈਣੀ ਸਾਹਿਬ ਦੀ ਬਰੋਡ ਤੇ ਅਦੀਲ ਮੀ ਆਇਆ ਤੇ ਮੈਂ ਉਹਦੇ ਨਾਲ ਗੱਲ ਕਰਨ ਲੱਗ ਪਿਆ ਤੇ ਅਮਰ ਨਜ਼ੀਰ ਸਾਹਿਬ ਕਹਿੰਦੇ ਨੇ ਕਰ ਲਈ ਗੱਲ ਹੁਣ ਬਸ ਠੀਕ ਹੈ ਹੋ ਗਿਆ ਤੇ ਹੁਣ ਤੁਸੀਂ ਕਰਨ ਡਏ ਹੋ। ਰਾਸ਼ਦ ਸਾਹਿਬ, ਰਾਸ਼ਦ ਨਾਮ ਉਹਨਾਂ ਦੱਸਿਆ, ਰਾਸ਼ਦ ਸਾਹਿਬ जी जी ਇਹ ਜਿਹੜਾ ਮਿਰਜ਼ਾ ਸਾਹਿਬ ਤੇ ਕਲਾਮ ਨਾਜ਼ਲ ਹੁੰਦਾ ਸੀ ਉਹ ਹਕੀਕੀ ਸੀ ਕਿ ਗੈਰ ਹਕੀਕੀ ਸੀ? हकीकी ਤੁਸੀਂ ਕਿਉਂ ਬੋਲਦੇ ਚੌਹਾਨ ਸਾਹਿਬ ਵਿੱਚ? ਉਹਨੂੰ ਨਹੀਂ ਨਾ ਪਤਾ ਤੁਹਾਡੀਆਂ ਚੱਕਰਾਂ ਦਾ। ਉਹਨਾਂ ਨੂੰ ਨਹੀਂ ਪਤਾ ਤੇ ਮੈਂ ਆਖਿਆ ਈਦੀ ਵਾਲਾ ਜਿਹੜਾ ਜਾਂ ਛੀਪਾ ਵਾਲਾ ਨਹੀਂ ਚਿੱਟਾ ਕਫਨ ਹੁੰਦਾ ਉਹ ਇਹਨਾਂ ਦੇ ਉੱਤੇ ਪਾ ਦਿਓ। ਇਹ ਤੁਸੀਂ ਇਸਤਿਹਜ਼ਾ ਕਰ ਰਹੇ ਹੋ ਉਹਦੇ ਨਾਲ। मैं तो ਮਤਲਬ ਤੁਸੀਂ ਇੰਜ ਅੱਗੇ ਖਲੋਤੇ ਹੋ ਵੀ ਉਹ ਬੋਲ ਨਹੀਂ ਸਕਦੇ, ਉਹਨਾਂ ਦੀ ਨਬਜ਼ ਰੁਕ ਗਈ ਜੇ ਏ। ਉਹਨਾਂ ਨੇ ਇਲਮ ਨਹੀਂ ਹੈ ਨਾ ਇਹਨਾਂ ਗੱਲਾਂ ਦਾ। ਜੀ अस्सलाम वालेकुम। ਵਾਲੇਕੁਮ। ਮੈਂ ਕਹਿ ਰਿਹਾ ਕਿ ਆਪਣਾ ਅਹਿਮਦੀਆਂ ਦੀ ਬਰਾਦ ਹੈ, ਸਾਰੇ ਅਹਿਮਦੀ ਨੇ ਤੇ ਇਹ ਸਾਰੀ ਦੁਨੀਆ ਸੁਣ ਰਹੀ ਹੈ। ਇਹ ਲੋਕਾਂ ਨੂੰ ਸ਼ੱਕ ਦੇ ਵਿੱਚ ਨਾ ਪਾਓ। ਇਹ ਜਿਹੜੇ ਇਸ ਤਰ੍ਹਾਂ ਦੇ ਜਾਹਲ ਆਉਂਦੇ ਨੇ ਉਹਨਾਂ ਨੂੰ ਪਰਾਂ ਦਫਾ ਕਰਿਆ ਕਰੋ। ਦਫਾ ਕਰੋ ਇਹਨਾਂ ਨੂੰ। ਅੱਲਾ ਦੇ ਬੰਦੇ ਹੋ ਉਹ ਐਮ ਦੀ ਭਾਈ ਜੇ ਸਾਡਾ ਮਿਰਜ਼ਾਈ ਜਾਹਿਲ ਭਾਵੇਂ ਜਿਹੜਾ ਅਹਿਮਦੀ ਦਫਾ ਭਾਈ ਇਹ ਗੱਲਾਂ ਜਹਿਲਾਂ ਵਾਲੀਆਂ ਮੈਂ ਸੁਣ ਰਿਹਾ, ਮੈਂ ਵੀ ਓ ਬੜੀ ਦੇਰ ਯਾਰ ਦਾ ਸੁਣ ਰਿਹਾ। ਨਾ ਕਰੋ, ਇਹ ਗੈਰ ਅਹਿਮਦੀਆਂ ਦੀ ਬਰਾੜ ਹੈ। ਅਹਿਮਦੀ ਭਾਈ ਲੱਗ ਨਹੀਂ ਰਿਹਾ। ਉਹ ਅਹਿਮਦੀ ਭਾਈ ਆ ਬਰਾੜ ਜਾ ਅਹਿਮਦੀ ਦੀ ਬਰਾੜ ਅਹਿਮਦੀ ਹੈ, ਮਲਕ ਸਾਹਿਬ ਨਾ ਅਹਿਮਦੀ ਨੇ। ਕਰੋ ਯਾਰ ਇਸ ਤਰ੍ਹਾਂ ਤੁਸੀਂ ਕਿਉਂ ਸਾਡੇ ਅਹਿਮਦੀ ਬੰਦਿਆਂ ਦੀ ਨੂੰ ਬਰਾੜ ਤੇ ये बराड़ सिर्फ अहमदी हजरात के लिए है। हाँ जी हाँ जी बिल्कुल, अहमदी हजरात के लिए बिल्कुल, ऊपर लिखा भी हुआ है। नजात याफ्ता सब भूल के ਸਾਰੇ थे। ਜੋ ਤੁਹਾਡਾ ਦੇਖੇ ਕੀ ਨਾਮ ਇਹਨਾਂ ਦੇ ਪੂਰਾ? ਇਤਬਾਰ ਨਾ ਕਰੋ, ਇਹ ਸ਼ਰੀਰ ਮੁਖਾਲਫ ਜੇ ਇਹਨਾਂ ਯਾਰ ਦੇ ਇਤਬਾਰ ਮੁਹੰਮਦ ਨਾ ਸੈਨ ਕਰੋ। ਸਾਹਿਬ ਤੁਸੀਂ ਤੇ ਚੁੱਪ ਕਰੋ। ਤੁਸੀਂ तारिक चौहान साहब ने जेडे बोल रहे ने आमिर नजीर साहब के साथ ਚੀਮਾ बैठ ਸਾਹਿਬ ਨਹੀਂ, ਉਹ ਤਾਰਕ ਚੀਮਾ ਸਾਹਿਬ ਨੇ। ਚੀਮਾ ਸਾਹਿਬ ਤੁਹਾਡੇ ਨਾਲ ਅੱਜ ਜੀ ਸਾਹਿਬ। ਪਹਿਲੀ ਵਾਰੀ ਗੱਲ ਹੋ ਰਹੀ ਹੈ। जी जी ਤੁਸੀਂ ਜਾਣਦੇ ਹੋ ਮਿਰਜ਼ਾ ਸਾਹਿਬ ਨੂੰ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਕਿਸ ਤਰ੍ਹਾਂ ਦਾ ਹੈ? ਯਾਨੀ ਮੈਂ ਪੁੱਛ ਰਿਹਾ ਸੀ ਕਿ ਮਿਰਜ਼ਾ ਸਾਹਿਬ ਦਾ ਦਾਵਾ ਜਿਹੜਾ ਹੈ ਉਹ ਹਕੀਕੀ ਤੌਰ ਤੇ ਨਬੂਵਤ ਦਾ ਹੈ ਨਾ? बिल्कुल है, क्यों नहीं है। ओए ए भी नदान ही लग नबी रहा ने। है। चीमा भी नाराज ਇਹ ਉਮਤੀ ਨਬੀ ਨੇ, ਉਮਤੀ ਉਹਨਾਂ ਨੇ ਕਿਹਾ ਵੇ ਨਵੀਂ ਕੋਈ ਸ਼ਰੀਅਤ ਲੈ ਕੇ ਨਹੀਂ ਆਏ कि ਹੋ। इस्तारा दे रंग च मजाज दे रंग च नबी है। ਐ ਹੁਣ ਤੁਸੀਂ ਕਿਹਾ ਵੀ ਹਕੀਕੀ ਤੌਰ ਤੇ ਉਹਨਾਂ ਦਾ ਨਬੂਵਤ ਦਾ ਦਾਵਾ ਹੈ ਏ। ਇਹਦਾ ਮਤਲਬ ਉਹ ਹਕੀਕੀ ਹਕੀਕੀ ਉਹ ਹਕੀਕੀ ਹੋਈ ਨੇ ਨਾ, ਅੱਲਾ ਦੀ ਤਰਫੋਂ ਦਾਵਾ ਉਹਨਾਂ ਕੋਈ ਆਪਣੇ ਉਹ ਐਵੇਂ ਨਹੀਂ ਕਰ ਲਿਆ, ਮੈਂ ਤੁਸੀਂ ਉੱਠ ਕੇ ਨਹੀਂ ਕਰ मिर्जा ਲਿਆ। साहब कह रहे हैं मैं गैर हकीकी हूं। ਫਿਰ ਉਹਨਾਂ ਨੂੰ ਹਕੀਕੀ ਨਬੀ ਮੰਨਦੇ ਹੋ ਨਾ? ਹਕੀਕੀ ਨਬੀ ਉਹਨਾਂ ਨੂੰ ਕਹਿ ਸਕਦੇ ਹੋ, ਲੇਕਿਨ ਉਹ ਉਮਤੀ ਕਹਿ ਉਹਨਾਂ ਨੇ ਸਕਦੇ ਆਪਣੇ ਹੋ। ਆਪ ਨੂੰ ਲਓ ਜੀ, ਆਪ ਕਿਹਾ मैं उम्मती हां, ਲਓ रसूल ਜੀ। पाक ਦੀ उम्मत हूं। मोहम्मद मिर्जा साहब साहब क्यों कह रहे हैं मैंने गैर हकीकी तौर मैं पर गल दावा समझाई है, मेरी गल में हकीकी सुने नबी तो तो गैर गैर ना। हकीकी हकीकी तौर पर वो कहते हैं मैंने कभी दावा ही नहीं किया। मैं मिर्जा दसो साहब कह रहे किन्ना के पिटा इथे मेरी गल कोई सुने ते फेर है ना। हैं। मेरी भी कोई नहीं सुन रहा। ਪਿੱਟਣਾ ਤੁਸੀਂ ਕਿਉਂ ਹੈ? ਜਿਹੜਾ ਉਹਨਾਂ ਦਾ ਜਮਾਤ ਦਾ ਅਕੀਦਾ ਹੈ ਉਹ ਬਿਆਨ ਤੇ जमात ਕਰਦੇ दे ਨੇ। अकीदे दी गल नहीं, असं मिर्जा साहब की गल कर रहे हैं। वो कह रहे हैं हकीकी नहीं है मेरा। ਤੁਸੀਂ ਮਿਰਜ਼ਾ ਸਾਹਿਬ ਨਾਲ ਬੰਟੇ ਖੇਡਦੇ ਰਹੇ ਹੋ? हाँ जी। हाँ, मिर्जा साहब साहब कहते की गल हैं मिर्जा इस साहब- आजिज ने कभी और किसी वक्त हकीकी तौर पर नबूवती
ਤੌਰ ਤੇ ਉਹਨਾਂ ਨੇ ਇਸਤੇਮਾਲ ਕੀਤਾ, ਹਕੀਕੀ ਤੌਰ ਤੇ ਨਹੀਂ। ਚੀਮਾ ਸਾਹਿਬ ਫਿਰ ਤੁਸੀਂ ਇਹ ਚੌਹਾਨ ਸਾਹਿਬ ਕੀ ਕਹਿੰਦੇ ਨੇ? ये चीमा साहब ये चौहान है, ऐसे अल्फाज चंबा का इस्तारा और बाबा मजाज के रंग में। जर्मनी वाले चीमा साहब जी ਤੁਸੀਂ सर। ਜਰਮਨੀ ਤੋਂ नहीं जी मैं ਜਰਮਨੀ ਤੋਂ ਤੁਸੀਂ अमेरिका बैठा जी। ਅੱਛਾ ਅਮਰੀਕਾ ਤੁਸੀਂ ਤੇ ਫਿਰ ਜਾਣਦੇ ਹੀ ਹੋਣੇ ਹੋ ਨਾ ਉਹ ਜੰਬਾ ਸਾਹਿਬ ਨੂੰ, ਉਹ ਇੱਕ ਮੁਰਤਦ ਜਿਹਨੇ ਦਾਵਾ ਕੀਤਾ नहीं जी मैं जंबे शंबे नु किसे नु लाहौरियां ਜੰਬੇ नु ਖੰਬੇ सारियां ਸ਼ੰਬੇ नु मैं मरतद ਨੂੰ समझदा, ਮਿਰਜ਼ਾ लाहौरी भी ਮਸਰੂਰ ਨੂੰ मरतद ने। ਮੁਖੰਨਸ ਨੂੰ ਇਹ ਉਹ ਨਹੀਂ ਨਹੀਂ ਜਾਣਦੇ, ਨਹੀਂ ਉਹੀ ਮੈਂ ਕਹਿ ਰਿਹਾ ਔਰ ਰੋਟੀ ਮੈਂ ਇਹ ਚੈੱਕ ਨਹੀਂ ਕਰ ਕਹਿ ਰਿਹਾ ਮਿਰਜ਼ਾ ਕਿ ਮਸਰੂਰ ਨੂੰ ਇਹ ਨਹੀਂ ਜਾਣਦੇ। ਯਾਰ ਤੁਸੀਂ ਓਏ ਆਪਣੀ ਨਾ ਚੌਹਾਨ ਭੰਡੀ ਸਾਹਿਬ ਪਾ ਦਿਓ ਉੱਥੇ। ਵਿੱਚ ਬੰਦੇ ਬਣੋ। ਮੈਨੂੰ ਗੱਲ ਇਹ ਮਿਰਜ਼ਾ ਮਸਰੂਰ ਰੋਟੀ ਚੈੱਕ ਕਰਨ ਨੂੰ ਉਹਨਾਂ ਨੂੰ ਪਤਾ। ਚੌਹਾਨ ਸਾਹਿਬ ਨਾ ਕਰੋ, ਚੌਹਾਨ ਸਾਹਿਬ ਨਾ ਕਰੋ, ਗੱਲ ਸੁਣਨ ਦਿਓ। ਮੈਨੂੰ ਇਹ ਸਮਝਣ ਦਿਓ ਵੀ ਮਿਰਜ਼ਾ ਸਾਹਿਬ ਨੂੰ ਇਹ ਜੋ ਮੰਨਦੇ ਨੇ ਹਕੀਕੀ ਤੌਰ ਤੇ ਨਬੀ, ਕਿਉਂ ਜੀ ਚੀਮਾ ਸਾਹਿਬ? जी जी ਤੇ ਉਹ ਫਿਰ ਹਕੀਕੀ ਨਬੀ ਹੋਏ ਨਾ? सर हकीकी नबी केड़े रसूले पाक तो बाद जदों खत्मे नबूवत ते साडा ईमान है, ਅਸੀਂ ਆਨੇ ਆ ਕਿ ਨਬੂਵਤ ਖਤਮ ਹੋ ਗਈ ਹੈ, ਸ਼ਰੀਅਤ ਨਵੀਂ ਲੈ ਕੇ ਕੋਈ ਨਬੀ ਨਹੀਂ ਅੱਛਾ ਆਇਆ। ਨਬੂਵਤ ਖਤਮ ਹੋ ਗਈ ਹੈ ਤੇ ਇਹ ਜਿੰਨਾ ਬੋਰਡ ਲਾਏ ਨੇ ਇੱਥੇ ਟਿਕਟਾਕ ਦੇ ਉੱਤੇ ਨਬੂਵਤ ਜਾਰੀ ਹੈ। ਤੇ ਉਮਤ ਹਾਂਜੀ ਉਮਤੀ ਨਬੀ ਆਂਦੇ ਰਹਿਣਗੇ ਕਿਆਮਤ ਤੱਕ। ਨਹੀਂ 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 ਉਮਤੀ ਨਬੀ ਦੀ ਮੈਂ ਗੱਲ ਕਰਦਾ। ਮੈਂ ਪਿਆ ਪੁੱਛਣਾ ਨਬੀ ਜਿਹੜਾ ਤੁਸੀਂ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ, ਉਹ ਕੀ ਤੌਰ ਤੇ ਮੰਨਦੇ ਅਸੀਂ ਹੋ ਉਹਨਾਂ ਕਿ ਨੂੰ ਉਮਤੀ ਨਬੀ ਮੰਨਦੇ ਆ ਕਿ ਰਸੂਲੇ ਪਾਕ ਦੇ ਹੁੰਦਾ ਹੀ ਅੱਗੇ ਕੋਈ ਨਹੀਂ। ਉਮਤੀ ਹੁੰਦਾ, ਨਬੀ ਨਬੀ ਹੁੰਦਾ। ਮੇਰੀ ਗੱਲ ਸੁਣੋ ਨਾ, ਤੇ ਉਹ ਨਬੀ ਦਾ ਹੀ ਲਕਬ ਦਿੱਤਾ ਨਾ ਅੱਲਾਹ ਤਾਲਾ ਨੇ ਉਹਨਾਂ ਨੂੰ। ਉਹ ਨਬੀ ਦਾ ਭਾਈਜਾਨ ਮਾਨਾ ਫਿਰ ਕੀ ਜੇ ਹੁੰਦਾ ਨਬੀ ਹੈ? ਦਾ ਜੇ ਨਬੀ ਦਾ ਨਬੀ ਦੇ ਮਤਲਬ ਦਾ ਪਤਾ ਜੇ ਨਬੀ ਕਿਹਨੂੰ ਆਂਦੇ ਨੇ? ਫਿਰ ਜੇ ਨਬੀ ਦਾ ਲਕਬ ਦਿੱਤਾ ਫਿਰ ਨਬੀ ਆਖੋ ਨਾ ਉਹਨਾਂ ਨੂੰ, ਫਿਰ ਉਮਤੀ ਤੇ ਕਿਉਂ ਨਬੀ ਕਹਿੰਦੇ? ਆਨੇ ਆ ਨਾ, ਅਸੀਂ ਤੇ ਨਬੀ ਆਨੇ ਆ, ਕਿਉਂ ਨਹੀਂ ਆਂਦੇ? ਹੈਲੋ, ਇਹ ਐਵੇਂ ਡਰਾਮਾ ਇਹਨਾਂ ਸ਼ੁਰੂ ਕੀਤੇ ਹੈ ਮੁਹੰਮਦ ਸੈਨ ਸਾਹਿਬ ਨੇ, ਇਹ ਨਹੀਂ ਨਾ ਆਖਣ ਪੇ ਦਿੰਦੇ। ਓਏ ਅੱਲਾਹ ਨਹੀਂ, ਦੇ ਮੈਂ ਬੰਦਿਓ, ਤੇ- ਨਬੀ ਰਸੂਲ ਕੀ ਤੁਹਾਨੂੰ ਤੁਸੀਂ ਜਾਣ ਕੇ ਉਹ ਪਾਣੀ 'ਚ ਮਧਾਣੀ ਪਾਈ ਹੈ, ਤੁਹਾਡੇ ਤੇ ਮੋਹਰ ਉਹ ਹੀ ਲੱਗੀ ਹੈ ਜਿਹੜੀ ਰਸੂਲੇ ਪਾਕ ਨੇ ਕਿਹਾ ਸੀ ਨਾ, ਇੰਜ ਨਾ- ਖਤਮੇ ਇੰਜ ਨਾ- ਨਬੂਵਤ ਤੇ ਜਿਹੜੀ ਸਟੈਂਪ ਇੰਜ ਨਾ ਲੱਗੀ ਸੀ ਆਖੋ, ਤੁਹਾਡੇ ਇੰਜ- ਦਿਲਾਂ ਤੇ ਉਹ ਮੋਹਰ ਲੱਗੀ ਹੈ। ਨਹੀਂ ਨਹੀਂ ਤੁਸੀਂ ਇੰਜ ਨਹੀਂ ਫਿਰ ਮੰਨਣਾ। ਮੇਰਾ ਸਾਡੇ ਵੀ ਮੂੰਹ 'ਚ ਜ਼ੁਬਾਨ ਹੈ। ਅਸੀਂ ਫਿਰ ਤੁਹਾਨੂੰ ਮੁਸਲਮਾਨ ਕਜ਼ਾਬ ਦੇ ਪੈਰੋਕਾਰ ਆਖੀਏ ਤਾਂ ਲੜਾਈ ਹੈ ਨਾ, ਫਿਰ ਫਾਇਦਾ ਕੀ ਇਹਨਾਂ ਗੱਲਾਂ? ਤੁਸੀਂ ਕਹਿ ਸਕਦੇ ਹੋ ਤੁਹਾਡੇ ਨਹੀਂ। ਮੂੰਹ ਬੰਦ ਕੀਤੇ ਨੇ, ਤੁਸੀਂ ਤੇ ਫਾਇਦਾ ਬੜਾ ਕੀ? ਕੁਝ ਕਿਹਾ ਹੈ। एक सेकंड ਇੱਕ ਦੂਜੇ ਨਾਲ ਲੜਦੇ ਫਿਰ। उमर आमिर भाई ਹਾਂਜੀ आमिर ਮੁਸਲਮਾਨ एक सेकंड ਉਹਦਾ तारक ਨਾਂ ਹੀ की ਸੁਣਿਆ एक ਜੇ सेकंड ਤੁਹਾਨੂੰ ਪਤਾ ਨਹੀਂ ਸੀ ਉਹ ये गाली ਕਿਹੜੇ ਕੌਣ देंगे, ਹੈ। गाली ना देना भाई, गाली ना देना यार। ਗਾਲੀਆਂ चीमा ਬਸ साहब ਤੁਹਾਡੀ एक सेकंड मेरी बात ਗਾਲੀਆਂ ਕਿਉਂਕਿ ਤੁਹਾਨੂੰ एक ਕਾਨੂੰਨ सेकंड ਨੇ चीमा मेरी ਇਜਾਜ਼ਤ गल सुन, ਦਿੱਤੀ ਹੈ। चुप कर तू चीमा, एक मिनट मेरी गल सुन, ਜੀ ठीक है? मैंने ए 10 जेड़ा चिन्योट आए हो किसी ओ जगह भाई, ते इसको उन्हें नीचे मरदइया ने उतार दो की भाई। आके मैंने कहा नहीं ये कर लो गल भाई, कोई ਅਸੀਂ भी ਚੀਮੇ ਅਸੀਂ ਤੇ मुसलमान ਮਰਜ਼ਈ ਹੈ ਹੀ ਨਹੀਂ, ਮਰਜ਼ਈ ਤੁਸੀਂ ਹੋ ਜਿਹੜੇ ਸਾਨੂੰ ਓਏ ਚੀਮਾ ਸਾਹਿਬ ਛੱਡੋ ਉਹ ਚੀਮਾ ਸਾਹਿਬ, ਤੁਸੀਂ ਮੈਨੂੰ ਇਹ ਗੱਲ clear ਕਰੋ। ਥੱਲੇ उतार दिया ਇਹ उतार ਗੱਲ ਕਲੀਅਰ ਕਰੋ ਕਿ ਤੁਸੀਂ ਮਿਰਜ਼ਾ ਸਾਹਿਬ ਨੂੰ ਨਬੀ ਮੰਨਦੇ ਹੋ? ਬਿਲਕੁਲ ਮੰਨਦੇ ਆ, ਬਿਲਕੁਲ ਉਮਤੀ ਨਬੀ ਮੰਨਦੇ ਆ। ਉਹਨਾਂ ਨੂੰ ਮਦਈਏ ਨਬੂਵਤ ਅਸੀਂ ਆਖੀਏ ਤੇ ਕੋਈ ਗਲਤੀ ਤੇ ਨਹੀਂ ਅਸੀਂ ਹੈ? ਕਿਹੜੀ ਤੁਸੀਂ ਕਿਹੜੇ ਨਬੀ ਮੰਨਦੇ ਹੋ ਉਹਨਾਂ ਨੂੰ? ਨਬੂਵਤ ਦਾ ਮਦਈ ਆਖੀਏ ਤੇ ਕੋਈ ਗਲਤ ਲਫ਼ਜ਼ ਤੇ ਨਹੀਂ ਅਸੀਂ ਆਖਣ ਲੱਗੇ। ਤੁਸੀਂ ਆਪਣਾ ਮਕਸਦ ਬਿਆਨ ਕਰੋ ਨਾ ਵੀ ਕਿਸ ਮਕਸਦ ਲਈ ਇਹ ਚੀਜ਼ਾਂ ਪੁੱਛ ਰਹੇ ਹੋ। ਮੈਂ ਦੱਸਣਾ अमर ਅਸੀਂ नहीं ਕਾਨੂੰਨ ਬਣਾਣਾ ਹੈ। ਤੁਸੀਂ ਤੇ ਰਸੂਲੇ ਪਾਕ ਨੂੰ ਵੀ ਨਹੀਂ ਮੰਨਿਆ, ਤੁਸੀਂ ਤੇ ਉਹਨਾਂ ਦੀ ਨਬੂਵਤ ਨੂੰ ਵੀ ਨਹੀਂ ਮੰਨਦੇ। ਇਹੋ ਜੀ ਨਾ ਗੱਲ ਕਰੋ, ਪੁੱਠੀ ਨਾ ਗੱਲ ਕਰੋ। ਨਹੀਂ ਇਹ ਪੁੱਠੀ ਨਹੀਂ, ਤੁਸੀਂ ਇਮਾਨਦਾਰੀ ਨਾਲ ਦੱਸੋ ਤੁਸੀਂ ਰਸੂਲੇ ਪਾਕ ਨੂੰ ਨਬੀ ਮੰਨਦੇ ਹੋ? ਮੇਰੀ ਗੱਲ ਸੁਣੋ ਨਾ, ਲੜਾਈ ਵਾਲੀਆਂ ਗੱਲਾਂ ਨਾ ਕਰੋ। ਮੈਂ ਪਿਆ ਪੁੱਛਣਾ ਕਿ ਅਸੀਂ ਅਗਰ ਕੋਈ ਕਾਨੂੰਨ ਬਣਾਉਣਾ ਹੋਵੇ ਜਾਂ ਕਿਤੇ ਪਰਿਆ ਬਹਿਣੀ ਹੋਵੇ, ਕੋਈ ਪੰਚਾਇਤ ਬਹਿਣੀ ਹੋਵੇ ਤੇ ਆਖੀਏ ਵੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਨਬੂਵਤ ਦਾ ਦਾਵਾ ਕੀਤਾ ਹੈ, ਹਾਂਜੀ ਇਹ ਮਦਈਏ ਨਬੂਵਤ ਹੈ, ਅਸੀਂ ਕੋਈ ਗਲਤੀ ਤੇ ਨਹੀਂ ਕਰ ਰਹੇ ਨਾ? ਗਲਤੀ ਕਰ ਰਹੇ ਹੋ ਤੁਸੀਂ, ਕਿਉਂਕਿ ਲੋਕਾਂ ਨੂੰ ਇਸ਼ਤਿਹਾਲ ਫੈਲਾ ਰਹੇ ਹੋ, ਤੁਸੀਂ ਸਹੀ ਗੱਲ ਕਰ ਹੀ ਨਹੀਂ ਰਹੇ। ਇਹ ਨਬੂਵਤ ਦਾ ਦਾਵਾ ਨਹੀਂ ਹੈ ਉਹਨਾਂ ਦਾ? ਉਹਨਾਂ ਦਾ ਕਿਹੜਾ ਦਾਵਾ, ਕਿਹੜੀ ਨਬੂਵਤ ਦਾ ਦੱਸੋ ਨਾ? ਨਬੂਵਤ ਕਿਹੜੀ ਛੇੜੀ ਨਹੀਂ, ਅਸੀਂ ਕਹਿੰਦੇ ਨਬੂਵਤ ਦਾ ਦਾਵਾ ਕਿਹੜੀ ਉਹਨਾਂ ਦਾ ਛੇੜੀ ਹੈ। ਨਹੀਂ, ਕਿਹੜੀ ਛੇੜੀ ਨਹੀਂ, ਸਹੀ ਗੱਲ ਕਰੋ। तारक चौहान साहब ਮੈਨੂੰ ਮੌਕਾ ਦਿਓ, ਮੈਂ ਗੱਲ मैं गल कर ਚੀਮਾ ਸਾਹਿਬ ਉਹ ਪਤਾ ਕੀ ਕਹਿ ਰਹੇ ਨੇ, ਉਹ ਕਹਿੰਦੇ ਨੇ ਸਿਰਫ ਅਗਰ ਅਸੀਂ ਇੰਨੀ ਗੱਲ ਕਹੀਏ, ਸਿਰਫ ਇਹ ਗੱਲ ਕਹੀਏ ਅੱਗੋਂ ਕਿ ਨਹੀਂ ਮਿਰਜ਼ਾ ਦੱਸਣਾ। ਸਾਹਿਬ ਦਾ ਨਬੂਵਤ ਦਾ ਦਾਵਾ ਹੈ, ਬਸ ਇੰਨੀ ਗੱਲ ਕਹੀਏ, ਇਹ ਗੱਲ ਠੀਕ ਹੈ ਜਾਂ ਗਲਤ ਹੈ? ਨਬੂਵਤ ਦਾ ਸਰ ਜਿਹੜਾ ਉਹਨਾਂ ਦੇ ਬੜੇ ਲਕਬ ਨੇ, ਉਹਨਾਂ ਨੂੰ ਅੱਲਾ ਨੇ ਦਿੱਤੇ। ਉਹ ਮੁਜੱਦਦ ਵੀ ਨੇ, ਇਹ ਗੱਲ ਇਮਾਮ ਸਵਾਲ ਮਹਿਦੀ ਵੀ ਇਹ ਨੇ, ਹੈ, ਉਹ ਸਵਾਲ ਨਬੀ ਇਹ ਵੀ ਪੁੱਛ ਨੇ, ਰਹੇ ਨੇ। ਰਸੂਲ ਵੀ ਨੇ। मेरी गल ਤੁਹਾਡੀ ਗੱਲ ਬਿਲਕੁਲ ਬਜਾਵ ਹੈ, ਤੁਹਾਡੀ ਗੱਲ ਬਿਲਕੁਲ ਬਜਾਵ ਹੈ। ਸਵਾਲ ਉਹ ਇਹ ਕਰ ਰਹੇ ਨੇ ਕਿ ਅਗਰ ਅਸੀਂ ਸਿਰਫ ਇੰਨੇ ਅਲਫਾਜ਼ ਬੋਲੀਏ, ਇਸ ਤੋਂ ਅੱਗੇ ਪਿੱਛੇ ਨਹੀਂ, ਕਿ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ ਹੈ, ਜੀ ਇਹ ਗੱਲ ਠੀਕ ਹੈ ਜਾਂ ਗਲਤ ਹੈ?
ਚਲੋ ਅਗਰ ਉਹਨਾਂ ਨੇ ਇਹ ਵੀ ਕੀਤਾ ਹੈ ਤੇ ਉਹਨਾਂ ਨੇ ਵਹੀ ਆਈ ਤੇ ਉਹਨਾਂ ਨੇ ਆਪਣਾ ਜੋ ਕੁਝ ਵੀ ਉਹਨਾਂ ਨੇ ਲਿਖਿਆ ਉਹ ਬਿਲਕੁਲ ਅਸੀਂ ਹਰਫੇ ਆਖਰ ਨਹੀਂ ਸਵਾਲ ਦੁਬਾਰਾ ਸਮਝੋ ਸਵਾਲ ਐਨਾ ਹੀ ਹੈ ਵੀ ਉਹਨਾਂ ਨੇ ਨਬੂਵਤ ਦਾ ਦਾਵਾ ਹੈ ਉਹਨਾਂ ਦਾ ਹੈ ਨਾ, ਅਸੀਂ ਉਹਨਾਂ ਨੂੰ ਮਦਈਏ ਨਬੂਵਤ ਆਖੀਏ ਤੇ ਫਿਰ ਅਸੀਂ ਕੋਈ ਗਲਤ ਤੇ ਨਹੀਂ ਨਾ ਪਿਆਂਦੇ। ਅਸੀਂ ਕਾਨੂੰਨ ਬਣਾ ਲਈਏ ਵੀ ਇੱਕ ਨਬੂਵਤ ਦਾ ਦਾਵਾ ਉਹਨਾਂ ਦਾ ਹੈ ਕਿ ਉਹ ਮਦਈਏ ਨਬੂਵਤ ਨੇ, ਠੀਕ ਹੈ। ਅਸੀਂ ਕੋਈ ਝੂਠ ਤਾਂ ਨਹੀਂ ਮਾਰਨ ਲੱਗੇ ਨਾ। ਝੂਠ ਹੀ ਮਾਰ ਰਹੇ ਹੋ। दगा दे रहे हो लोगों ने हमें रिजल्ट दगा ਉਹਨਾਂ ਡਾਇਰੈਕਟ ਆ ਕੇ ਨਬੂਵਤ ਦਾ ਦਾਵਾ ਕਰ ਦਿੱਤਾ ਜੀ ਤੇ ਉਹ फैला रहे हो हमें रिजल्ट दजल फैला रहे हो दजल। ਬਿਲਕੁਲ ਬਿਲकुल ਸਹੀ ਕਹਿ ਰਹੇ ਹੋ, ਬਿਲकुल ਸਹੀ ਇਹਨਾਂ ਨੂੰ ਕਹਿ ਰਹੇ ਹੋ। ਫਿਰ ਚਲੋ ਇੰਜ ਕਰ ਲੈਨੇ ਆ, ਅਸੀਂ ਇਹ ਕਹਿ ਦਿੰਨੇ ਆ ਕਿ ਮਿਰਜ਼ਾ ਸਾਹਿਬ ਗੁਲਾਮ ਅਹਿਮਦ ਕਾਦੀਆਨੀ ਦਾ ਨਬੂਵਤ ਦਾ ਦਾਵਾ ਨਹੀਂ ਸੀ, ਉਹ ਮਦਈਏ ਨਬੂਵਤ ਨਹੀਂ ਸੀ ਤੇ ਨਾ ਹੀ ਇਹ ਜਿਹੜੇ ਮਿਰਜ਼ਾਈ ਨੇ ਉਹਨਾਂ ਨੂੰ ਨਬੀ ਮੰਨਦੇ ਨੇ, ਠੀਕ ਹੈ। ਹੁਣ ਗੱਲ हाँ जी ऐसा कर दो, कर लो करके देख लो कितना कुछ पहुंच दो। ਕੌਣ ਨੇ ਜਿਹੜੇ ਤੁਸੀਂ ਉਹਨਾਂ ਨੂੰ ਨਬੀ ਨਹੀਂ ਮੰਨਦੇ। ਨਹੀਂ ਤੁਸੀਂ ਇੱਕ ਲਫ਼ਜ਼ ਬੋਲਿਆ ਕਿ ਜਿਹੜੇ ਮਰਜ਼ਈ ਨੇ, ਉਹ ਮਰਜ਼ਈ ਤੇ ਲਫ਼ਜ਼ ਜਿਹੜਾ ਹੈ ਉਹ ਤੁਹਾਡੀ ਗਾਲ ਹੈ, ਉਹ ਸਾਡੇ ਵਾਸਤੇ ਇੱਕ ਗਾਲ ਹੈ ਜਿਹੜੀ ਤੁਸੀਂ ਸਾਡੇ ਵਾਸਤੇ ਇੱਕ ਗਾਲ ਹੈ ਜਿਹੜੀ ਤੁਸੀਂ ਅੱਗੋਂ ਪਿੱਛੋਂ ਪੜ੍ਹਦੇ ਨਹੀਂ। ਮੌਜੂ ਬਦਲ ਜਾਏਗਾ ਨਾ, ਮੌਜੂ ਬਦਲ ਜਾਏਗਾ। ਮੀਰ ਕਾਸਿਮ ਅਲੀ ਨੇ ਲਿਖਿਆ ਤੁਹਾਡਾ ਅਲੀ ਨੇ ਲਿਖਿਆ ਤੁਹਾਡਾ नाजर ने उन्हें लिखा है किया है राज तश्तज़बाम जिसने ईसवियत का यही वो हैं यही है पक्के मिर्जाई। ए मीर कासिम अली ने लिखा जेड़ा मुनाजरा का जेड़ा 300 रुपया हार के आया सी मौलाना सनाउल अमृत। हाँ जी हाँ जी, वो तुसा जितया सी 300 जी गल है पर खट दिओ ना करो। ਇਹ ਥੋੜੀ ਦੇਰ ਹੀ ਰਹਿ ਗਈ ਹੈ ਤੁਹਾਡੇ ਵਰਗੇ ਬੰਦਿਆਂ ਦੀ, ਕਿਉਂਕਿ 100 ਸਾਲ ਬਾਅਦ ਅੱਲਾਹ ਤਾਲਾ ਹਦਾਇਤ ਦੇ ਹੀ ਕਰਦਾ। 200 ਤੁਸੀਂ ਨਹੀਂ ਤੁਹਾਡੀਆਂ ਮੁਲਕਾਂ 'ਚ ਤੁਸੀਂ ਫੈਲ ਗਏ ਹੋ ਤੇ ਹੁਣ ਤੁਸੀਂ ਉਹ 235 ਮੁਲਕਾਂ 'ਚ ਫੈਲ ਗਏ ਹੋ। ਉਮੀਦ ਹੈ ਕਿ ਟਰੰਪ ਜਿਹੜਾ ਤੁਹਾਨੂੰ ਇਹ ਜਲਦੀ ਹੈ ਵੀ ਫੈਲੇ ਕਿਉਂ ਆ। ਜੇ ਟਰੰਪ ਨੇ ਬੜਾ ਛਾਲ ਮਾਰ ਜਾਣੀ ਤੁਹਾਨੂੰ ਤੱਕ ਕੇ ਵੀ ਇੰਨਾ ਰਸ਼ ਆ ਗਿਆ ਜੋ ਅਸਾਂ ਵੇਖਿਆ ਨਾ, ਤੁਸੀਂ ਤੁਹਾਨੂੰ ਇੱਕ ਉਹਦੇ ਬਰਾਬਰ 1% ਵੀ ਮਿਲੇ ਤੇ ਤੁਸੀਂ ਨੱਸ ਜਾਓ, ਛੱਡ ਕੇ ਛੱਡ ਕੇ ਮੈਂ ਨਾ ਦੁਨੀਆ ਛੱਡ ਕੇ ਨੱਸ ਜਾਓ। ਚੀਮਾ ਸਾਹਿਬ ਇਹ ਬਰਾੜ ਫੂਲ ਗੱਲਾਂ ਵਾਲੀ ਨਹੀਂ। ਇਹ ਤੁਸੀਂ ਸਿੱਧੀ ਗੱਲ ਮਿਰਜ਼ਾ ਸਾਹਿਬ ਦੇ ਨਬੂਵਤ ਦੇ ਦਾਅਵੇ ਦੇ ਬਾਰੇ ਕਰਨੀ ਹੈ ਤੇ ਬਿਸਮਿਲ੍ਲਾ, ਨਹੀਂ ਤੇ ਅਸੀਂ ਬਸ ਕਰਨ ਲੱਗੇ। चलो बस कर थोड़ा काम म्यूट करो, बड़ा शोर आ रहा है, बड़ा शोर आ रहा है, किते शोर आ रहा है। ਇੰਨੀ ਗੱਲ ਪੁੱਛੀ ਸੀ एक निशान का ਮਿਰਜ਼ਾ ਸਾਹਿਬ ਨੂੰ ਨਬੂਵਤ ਦਾ ਮਦਈ ਤੁਸੀਂ ਵੀ ਮੰਨਦੇ ਹੋ ਜਾਂ ਨਹੀਂ ਮੰਨਦੇ, ਇੰਨੀ ਗੱਲ ਦੱਸ ਦਿਓ। एक निशान काफी है अगर दिल में खौफ किरदगार, अगर इनके खुदा दा खौफ होवे ना एक निशान इन वास्ते काफी है। और 150 साल तू जमात दे हक च खुदा तआला मैं ते महमदी बेगम वाला निशान यार तक ही ना नजात याफ्ता हजार निशान खुदा दिखा मैं ते महमदी बेगम वाला निशान तक ही कन्विंस हो गया वां। अजे तक तुसी ਉਸ ਤੋਂ ਬਾਅਦ ਫਿਰ ਅਬਦੁੱਲਾ ਆਤਮ ਵਾਲਾ ਨਿਸ਼ਾਨ ਤੱਕਿਆ 15 ਮਹੀਨੇ ਬਾਅਦ। ਇਲਜ਼ਾਮ ਲਾਣਾ ਉਹਦੇ ਬਾਅਦ ਫਿਰ ਮੁਸਲਿਮ ਮਊਦ ਵਾਲਾ ਨਿਸ਼ਾਨ ਤੱਕਿਆ ਹੈ। ਉਹਦੇ ਬਾਅਦ ਫਿਰ ਜ਼ਲਜ਼ਲੇ ਵਾਲਾ ਨਿਸ਼ਾਨ ਤੱਕਿਆ ਹੈ। ਉਹਦੇ ਬਾਅਦ ਮੁਹੰਮਦੀ ਬੇਗਮ ਦੇ ਜਣੇ ਦਾ ਮਰਨ ਦਾ ਨਿਸ਼ਾਨ ਤੱਕਿਆ ਹੈ। ਉਹਦੇ ਬਾਅਦ ਮੈਂ ਫਿਰ ਉਹ ਜਨਾਬ ਪੰਜਵਾਂ ਮੁੰਡਾ ਆਂਦੇ ਸੀ ਹੋਣਾ ਉਹ ਨਿਸ਼ਾਨ ਤੱਕਿਆ ਹੈ। ਫਿਰ ਮੈਂ ਉਹਨਾਂ ਦਾ ਜਨਾਬ ਉਹ ਮਨਜ਼ੂਰ ਮੀਆਂ ਮਨਜ਼ੂਰ ਦਾ ਮੁੰਡਾ ਹੋਣਾ ਸੀ ਉਹ ਵੇਖਿਆ। ਮੈਂ ਤੇ ਇੰਨੇ ਨਿਸ਼ਾਨ ਮਿਰਜ਼ਾ ਸਾਹਿਬ ਦੇ ਵੇਖੇ ਨੇ, ਮੈਂ ਤੇ ਕਨਵਿੰਸ ਆ ਮਿਰਜ਼ਾ ਸਾਹਿਬ ਤੋਂ। ਤੁਸੀਂ ਖਾਮ ਇਹਨਾਂ ਨਾਰਾਜ਼ ਕਿਉਂ ਹੁੰਦੇ ਹੋ? ਇਹੀ ਇਸੇ ਤਰ੍ਹਾਂ ਦੇ ਨਿਸ਼ਾਨਾਤ ਕੁਰਾਨ ਤੋਂ ਹਦੀਸ ਆਸਫ ਚੌਧਰੀ ਸਾਹਿਬ ਉੱਤੇ ਆਵੇ ਯਾਰ ਸਾਡਾ ਮਸਲਾ ਹੋ ਗਿਆ ਹੈ। ਅਹਿਮਦੀ ਅੱਜ ਤੇ ਸਾਨੂੰ ਕਨਫਿਊਜ਼ ਕਰਕੇ ਟੁਰ ਚੱਲੇ ਨੇ। ਸਾਨੂੰ ਤਾਂ ਕੱਖ ਪੇੜ ਪੱਲੇ ਨਹੀਂ ਪਿਆ ਪੈਂਦਾ ਵੀ ਇਹ ਕੀ ਪਿਆਂਦੇ ਨੇ। ਪੇੜ ਪੜੇ ਜਿਸ ਤਰ੍ਹਾਂ ਅਵੈਸ ਇੱਕ ਵਾਰੀ ਆਂਦੇ ਨੇ ਉਹਨਾਂ ਦਾ ਨਬੂਵਤ ਦਾ ਦਾਵਾ ਹੈ ਤੇ ਇੱਕ ਵਾਰੀ ਆਂਦੇ ਨੇ ਨਹੀਂ ਹੈ। ਤੁਸੀਂ ਆ ਕੇ ਪੁੱਛਦੇ ਹੋ ਚੌਧਰੀ ਸਾਹਿਬ, ਗਵੇੜੂ ਬੰਦੇ ਹੋ। ਜਿਵੇਂ ਅਵੈਸ ਇਕਬਾਲ ਦੇ ਪੱਲੇ ਕੁਝ ਨਹੀਂ ਪਿਆ, ਤੁਹਾਡੇ ਪੱਲੇ ਵੀ ਕੁਝ ਨਹੀਂ ਪੈਣਾ। ਉਹ ਕਿਹੜਾ ਮਿਰਜ਼ਾ ਸਾਹਿਬ ਤੁਹਾਨੂੰ ਮਤਲਬ ਹੈ ਕਿ ਗੁਰਮਚੀ ਪੜ੍ਹ ਕੇ ਦੱਸ ਗਏ ਨੇ ਬਈ ਤੁਸੀਂ ਅੱਜ ਤੇ ਨਾ ਇਹ ਆਖਣ ਜੋਗੇ ਉਹਨਾਂ ਦਾ ਨਬੂਵਤ ਦਾ ਦਾਵਾ ਹੈ, ਨਾ ਤੁਸੀਂ ਇਹ ਆਖਣ ਜੋਗੇ ਨਬੂਵਤ ਦਾ ਦਾਵਾ ਨਹੀਂ। ਜਾਂ ਆਖੋ ਹੈ ਜਾਂ ਆਖੋ ਨਹੀਂ। ਵਕਤ ਪਾਇਆ ਜੇ ਮੁਲਕ ਨੂੰ। ਇੱਕ ਵਾਰੀ ਆਂਦੇ ਹੋ ਨਬੂਵਤ ਦਾ ਦਾਵਾ ਹੈ ਤੇ ਇੱਕ ਵਾਰੀ ਆਂਦੇ ਹੋ ਨਹੀਂ ਹੈ। ਇੱਕ ਵਾਰੀ ਆਂਦੇ ਹੋ ਹਕੀਕੀ ਤੌਰ ਤੇ ਨਬੀ ਮੰਨਿਆ ਤੇ ਦੂਜੀ ਵਾਰੀ ਆਂਦੇ ਹੋ ਨਹੀਂ 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 ਹਕੀਕੀ ਨਹੀਂ ਮੰਨਦੇ ਅਸੀਂ। ਜਿਹੜਾ ਹਕੀਕੀ ਨਹੀਂ, ਜਿਹੜੀ ਚੀਜ਼ ਦੀ ਹਕੀਕਤ ਨਹੀਂ, ਉਹਦੀ ਹਸੀਅਤ ਹੀ ਕੋਈ ਨਹੀਂ ਹੈ। ਤੁਹਾਨੂੰ ਮੈਂ ਪਹਿਲਾਂ ਪੁੱਛਿਆ ਤੁਸੀਂ ਹਕੀਕੀ ਤੌਰ ਤੇ ਆਪਣੇ ਆਪ ਨੂੰ ਇਨਸਾਨ ਮੰਨਦੇ ਹੋ? ਤੁਸੀਂ ਆਖਿਆ ਮੰਨਣਾ ਵਾ। ਤੇ ਮੈਂ ਕਿਹਾ ਮਿਰਜ਼ਾ ਸਾਹਿਬ ਨੂੰ ਹਕੀਕੀ ਨਬੀ ਮੰਨਦੇ ਹੋ? ਤੁਸੀਂ ਆਖਿਆ ਨਹੀਂ। ਹੁਣ ਸਾਨੂੰ ਸਮਝ ਨਹੀਂ ਆਈ ਵੀ ਤੁਸੀਂ ਕੀ ਕਿਹੜੇ ਲਾਈਨ ਤੇ ਚੱਲਦੇ ਪਿਓ।
ਇੱਕ ਵਾਰੀ ਮਿਰਜ਼ਾ ਸਾਹਿਬਾਨ ਨੇ ਜਿਹੜਾ ਨਬੂਵਤ ਦਾ ਦਾਵਾ ਨਬੀ ਪਾਕ ਤੋਂ ਬਾਅਦ ਕਰੇ ਉਹ ਮੁਸਲਮਾ ਕਜ਼ਾਬ ਦਾ ਭਰਾ ਹੈ। ਮੈਂ ਅਹਿਮਦ ਨਦੀਰ ਸਾਹਿਬ ਇੱਕੋ ਗੱਲ ਜਾਣਦਾ। ਮਿਰਜ਼ਾ ਸਾਹਿਬ ਨੇ सुनो दलील उन्होंने ये देती है कि अगर मैं खुदा की तरफ से नहीं हूँ तो वो मेरे लिए खुदा काफ़ी है। ऐ मुखालफो तुम क्यों टकरे मारते हो। ਇਹ ਵੀ ਉਹਨਾਂ ਦਾ ਦਾਵਾ ਹੈ, ਇਹ ਵੀ ਉਹਨਾਂ ਦਾ ਦਾਵਾ ਹੈ ਕਿ ਜੇ ਮੈਂ ਖੁਦਾ ਦੀ ਤਰਫੋਂ ਨਹੀਂ ਤੇ ਖੁਦਾ ਮੇਰੇ ਨਾਲ ਨਿਬੜ ਲੇਦਾ। ਅਸਲ ਹਕੀਕਤ ਇਹ ਵੇ ਕਿ ਉਹਨਾਂ ਤੋਂ ਪਹਿਲਾਂ ਕਈਆਂ ਨਬੂਵਤ ਦਾ ਦਾਵਾ ਕੀਤਾ ਤੇ ਉਹਨਾਂ ਨਾਲ ਬੰਦੇ ਟੱਕਰੇ ਨੇ। ਮੁਸਲਮਾ ਕਜ਼ਾਬ ਨੂੰ ਕੌਣ ਟੱਕਰਿਆ ਸੀ? ਦਿਖਾਓ ਕੀ ਹਾਲ। ਅਸਲ ਨੂੰ ਕੌਣ ਟੱਕਰਿਆ ਸੀ? ਕੌਣ ਉਹਨਾਂ ਦੇ ਮੰਨਣ ਵਾਲੇ ਤੁਸੀਂ ਹੋ ਅੱਜ ਦੁਨੀਆ ਤੇ? ਨਹੀਂ ਤੇ ਇਹ ਬਹਾਉਲਾ ਰਾਣੀ ਦੇ ਮੰਨਣ ਵਾਲੇ ਹਨ ਨਹੀਂ। ਕੌਣ ਹੈ ਬਹਾਉਲਾ ਰਾਣੀ ਦਾ? ਕੀ ਦਾਵਾ ਹੈ? ਮਸੀਹੀਅਤ ਦਾ ਇਹੋ ਹੀ ਮਸੀਹ ਮੌਦ ਹੋਣ ਦਾ ਦਾਵਾ ਹੈ। ਬਿਲਕੁਲ ਨਹੀਂ। ਜੇ ਮੈਂ ਵਹਾ ਦੇਵਾਂ ਤੇ ਉਹ ਤਾਂ ਖੁਦਾਈ ਦਾ, ਉਹ ਤਾਂ ਖੁਦਾ ਦਾ ਦਾਵਾ ਕਰਦਾ ਹੈ। ਝੂਠ ਨਾ ਬੋਲੋ, ਝੂਠ ਨਾ ਬੋਲੋ। ਅੱਛਾ ਠਹਿਰੋ ਇੱਕ ਮਿੰਟ ਰੁਕ ਜਾਓ। ਬਹਾਉਲਾ ਦੇ ਖਿਲਾਫ ਕਿਹੜੀ ਤਹਿਰੀਕ ਚੱਲੀ ਹੈ ਇਸਲਾਮੀ? ਲੋੜ ਹੀ ਨਹੀਂ ਨਾ ਪਈ ਹੈ ਤਹਿਰੀਕ ਦੀ। ਉਹਨੇ ਆਪਣੇ ਆਪ ਨੂੰ ਉਹਨਾਂ ਨੇ ਮੇਰੀ ਗੱਲ ਕਿਉਂ ਨਹੀਂ ਲੋੜ ਪਈ? ਮੈਂ ਦੱਸਣਾ ਕਿਉਂ ਨਹੀਂ ਲੋੜ। ਉਹਦੇ ਖਿਲਾਫ ਕਿਹੜਾ ਕਾਨੂੰਨ ਬਣਿਆ ਹੈ? ਹੁਣ ਇੱਕ ਗੱਲ ਤੋਂ ਦੂਜੀ ਤੇ ਟੁਰ ਜਾਂਦੇ ਹੋ, ਦੂਜੀ ਤੋਂ ਤੀਜੀ ਤੇ ਟੁਰ ਜਾਂਦੇ ਹੋ, ਤੀਜੀ ਤੋਂ ਚੌਥੀ ਤੇ ਟੁਰ ਜਾਂਦੇ ਹੋ। ਇਹ ਮੁੱਖ ਲੜਾਈ ਲੜੀ ਖਿਲਾਫ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ। ਤੁਹਾਡੇ ਖਿਲਾਫ ਕਾਨੂੰਨ ਤਾਂ ਬਣੇ ਹੈ ਕਿ ਤੁਸੀਂ ਇਹ ਆਖਿਆ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨਬੀ ਹੈ, ਉਹਦੇ ਪੈਰੋਕਾਰ ਜਿਹੜੇ ਨੇ ਉਹ ਮੁਸਲਮਾਨ ਨੇ, ਜਿਹੜੇ ਉਹਦੇ ਮੁਨਕਰ ਨੇ ਉਹ ਸਾਰੇ ਕਾਫਰ ਨੇ, ਬਲਕਿ ਜ਼ੁਰੀਅਤੁਲ ਬਗਾਇਆ ਨੇ, ਦਾਇਰਾ ਇਸਲਾਮ ਤੋਂ ਖਾਰਜ ਨੇ, ਪੱਕੇ ਕਾਫਰ ਨੇ। ਤੁਹਾਡੇ ਖਿਲਾਫ ਕਾਨੂੰਨ ਨਾ ਬਣਾਉਂਦੇ ਤੇ ਫਿਰ ਆਪਣੇ ਆਪ ਨੂੰ ਅਸੀਂ ਕਾਫਰ ਆ ਲਈਏ, ਪੱਕੇ ਕਾਫਰ ਆ ਲਈਏ। ਦੁਨੀਆ ਦੇ ਸਾਹਮਣੇ ਬਣਾਉਣ ਛੁਪ ਕਿਉਂ ਬਣਾਇਆ ਜੀ? ਹੈ ਛੁਪ ਕਿਉਂ ਬਣਾਇਆ? ਦੁਨੀਆ ਦੇ ਸਾਹਮਣੇ ਬਣਾਉਂਦੇ। ਕਿਹੜਾ ਛੁਪ ਕੇ ਬਣਾਇਆ ਕਾਨੂੰਨ? ਛੁਪ ਕੇ ਬਣਾਇਆ ਤੁਸੀਂ, ਛੁਪ ਕੇ ਬਣਾਇਆ। ਹਿੰਦੁਸਤਾਨ ਦੇ ਵਿੱਚ 200 ਉਲਮਾ ਨੇ ਪੂਰੇ ਹਿੰਦੁਸਤਾਨ ਚ ਫਤਵਾ ਦੇ ਕੇ ਤੁਹਾਨੂੰ ਕਾਫਰ ਕਰਾ ਦਿੱਤਾ। ਹਿੰਦੁਸਤਾਨ ਚ ਸਾਰੀ ਦੁਨੀਆ ਛੁਪ ਕੇ ਫਤਵਾ ਦਿੱਤਾ ਸੀ ਉਲਮਾ ਨੇ। ਨਹੀਂ, ਅੱਜ ਤੁਸੀਂ ਕਾਨੂੰਨ ਪਾਸ ਕਰਵਾਇਆ। ਮੈਂ ਇਹਦੀ ਗੱਲ ਕਰ ਬਹਾਉਲਾ ਦੀ ਕਾਨੂੰਨ, ਉਹ ਕਾਨੂੰਨ ਤੇ ਦੁਨੀਆ बहाउल्लाह की बात पे आए, साहब बहाउल्लाह की बात पे आए। ਬਹਾਉਲਾ ਦਾਵਾ ਮਸੀਹੀਅਤ ਦਾ ਸੀ ਉਹਦਾ। ਪਾਕਿਸਤਾਨ ਦੇ ਵਿੱਚ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀ ਇੱਕ ਮਿੰਟ ਖਲੋ ਜੋ ਪਾਬੰਦੀ ਲਾਈ ਜੇ। ਦੱਸੋ ਮਸੀਹ ਉਹਦਾ ਦਾਵਾ ਮਸੀਹੀਅਤ ਹੈ ਸੀ ਕਿ ਨਹੀਂ ਸੀ? ਕਿਉਂ ਡਰਦੇ ਹੋ ਕਿਤਾਬਾਂ ਕੋਲੋਂ? ਹੈ ਪਾਕਿਸਤਾਨ ਦੇ ਵਿੱਚ ਜਮਾਤ ਅਹਿਮਦੀ ਜਲਸੇ ਕਰਨ ਤੋਂ ਕਿਉਂ ਰੋਕੇ ਜੇ? ਕਿਉਂ ਡਰਦੇ ਹੋ? ਇਸ ਗੱਲ ਹੈ ਕਿ ਤੁਸੀਂ ਦੋ ਨੰਬਰੀ ਕਰਦੇ ਹੋ ਨਾ। ਕਿਹੜੀ ਦੋ ਨੰਬਰੀ ਕਰਦੇ ਹੋ? ਮਦਈਏ ਨਬੂਵਤ ਨੂੰ ਲੈ ਕੇ ਸੁਣੋ ਨਾ ਕਿਉਂ ਲੋਕੀ ਨਕਸ਼ੇ ਰੋਟੀ ਪਾਉਂਦੇ ਨੇ? ਉਹ ਬਾਈ ਗੱਲ ਤੇ ਸੁਣੋ ਨਾ। ਨਹੀਂ ਪਾਉਂਦੇ ਰੋਟੀ ਅੰਨੇ ਲੋਕੀ। ਤੁਸੀਂ ਮਦਈਏ ਨਬੂਵਤ ਨੂੰ ਲੈ ਕੇ ਪਾਕ ਸੱਲਮ ਜ਼ਮਾਨੇ ਜਿਹੜਾ ਕੰਮ ਹੋਇਆ ਸੀ ਨਾ, ਜਿਸ ਸ਼ੇਬ ਅਬੀ ਤਾਲਿਬ ਚ ਬੰਦ ਕੀਤਾ ਸੀ, ਉਹ ਨਬੀ ਪਾਕ ਦੀਆਂ ਮਿਸਾਲਾਂ ਨਾ ਦਿਓ, ਮੁਸਲਮਾ ਕਜ਼ਾਬ ਦੀ ਮਿਸਾਲ ਕਿਉਂ ਨਾ ਦੇਵਾਂ ਮਿਸਾਲ? ਭਾਈ ਮੈਂ ਆਪਣੀ ਮਿਸਾਲ ਮੁਸਲਮਾ ਕਜ਼ਾਬ ਨਾਲ ਦਿਓ। ਉਹ ਭਾਈ ਤੁਹਾਡੇ ਜੱਥੇ ਬਣਦੇ ਨੇ, ਜੱਥੇ ਜਿਹੜੇ ਨੇ ਤੁਸੀਂ ਆਪਣੀ ਮਿਸਾਲ ਦੇਣੀ ਹੈ ਤੇ ਮੁਸਲਮਾ ਕਜ਼ਾਬ ਨਾਲ ਦਿਓ। ਜਿਹੜਾ ਫੈਸਲਾ ਕਜ਼ਾਬ ਨਬੀ ਪਾਕ ਤੋਂ ਬਾਅਦ ਇੱਕ ਝੂਠਾ ਨਬੂਵਤ ਦਾ ਦਾਵਾ ਕੀਤਾ ਸਾਰੇ ਮੱਕਾ ਨੇ ਲਿਖ ਕੇ ਜਿਹੜਾ ਲਾਇਆ ਸੀ 7 ਸਤੰਬਰ ਨੂੰ ਫੈਸਲਾ। ਲਾਮਾ ਸਾਹਿਬ ਉਧਰ ਜ਼ਰਾ ਸਾਨੇ ਸਾਹਿਬ ਦੇ ਬਰਾੜ ਤੇ ਨੇ ਕਿਹਦੀ ਆਵਾਜ਼ ਉੱਚੀ ਚੈੱਕ ਕਰ ਲੈਣੇ ਹੈ। क्या भाई लामा साहब एक अरबी मुसलमान अपना फलस्तीनी आया है। उधर जरा रौला पे उधर ते जरा दे टकरा मारन। चलो बंद करो अपने मलिक साहब, बंद करो बराड़। आ जाओ। अच्छा सर, अल्लाह हाफिज। तमाम भाइयों को शुक्रिया जिस भाई ने शिरकत की, डबल टैप किया, सब कुछ किया। फिर मिलेंगे इंशाल्लाह। ਉਸ ਤੋਂ ਇਹ ਆ ਕੇ ਰਹਿ ਜਾਂਦੇ ਆ।